ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤਿ ਬਰਕਾਸਕ ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾਂ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਹੁ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਦੇਹੋ ਤੁਮ ਕਥਾ ਸੁਧਾਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਕਾਲੂ ਲਛਨ ਦੇਖ ਅਸ ਦੈਵਕ ਵਾਕ ਸੰਭਾਰ ਗਿਨਤ ਗਟੀ ਔਰ ਅਟਪਟੀ ਤਿਹ ਕੇ ਗਇਓ ਅਗਾਰ ਕਾਲੂ ਲਛਨ ਦੇਖ ਅਸ ਦੈਵਕ ਵਾਕ ਸੰਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੋਤ ਰੂਪ ਚਬਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਿਲ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਾਰੇ ਵਡਭਾਗੀ ਹੋ ਜਿਨ੍ਹਾਂ ਨੇ ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਬੈਠ ਕਰਕੇ ਸੋ ਦਰ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਸਰਵਨ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸਾਧ ਸੰਗਤ ਜੀ ਪਿਛਲੇ ਦਿਨਾਂ ਵਿੱਚ ਜੋ ਵਿਸ਼ੇਸ਼ ਕਰਕੇ
ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਪੰਥ ਨੇ ਜੋ ਲੱਖਾਂ ਦੀ ਗਿਣਤੀਆਂ ਵਿੱਚ ਜਾ ਕਰਕੇ ਖਾਲਸੇ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕਰਕੇ ਜੋੜ ਮੇਲਾ ਹੋਲਾ ਮਹੱਲਾ ਮਨਾਇਆ ਹੈ ਸਾਧ ਸੰਗਤ ਜੀ। ਸੋ ਉਸ ਤੋਂ ਪਹਿਲਾਂ ਲੋਕ ਜੋ ਹੋਲੀ ਮਨਾਇਆ ਕਰਦੇ ਸੀ, ਤੇ ਹੋਲੀ ਦਾ ਜੋ ਇਤਿਹਾਸ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਦਰਜ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ RAM ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਸੋ ਜਿਹੜਾ ਹੋਲੀ ਦਾ ਇਤਿਹਾਸ ਹੈ, ਜੋ ਭਗਤ ਪ੍ਰਹਿਲਾਦ ਜੀ ਸੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਲੀਨ ਸੀ, ਤੇ ਉਹਨਾਂ ਦੇ ਪਿਤਾ ਹਰਨਾਕਸ਼ ਇਸ ਦੇ ਵਿਰੁੱਧ ਸੀ। ਤੇ ਇਹ ਵਿਰੋਧਤਾ ਨੂੰ ਲੈ ਕਰਕੇ ਜੋ ਹਰਨਾਕਸ਼ ਅਤੇ ਹੋਲਕਾ ਦੋਹਾਂ ਨੇ ਜੋ ਪਲਾਨ ਬਣਾ ਕਰਕੇ ਵਿਚਾਰ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਭਗਤ ਪ੍ਰਹਿਲਾਦ ਜੀ ਨੂੰ ਜੋ ਅਗਨ ਵਿੱਚ ਸਾੜਨ ਲਈ। ਅਤੇ ਅਕਾਲ ਪੁਰਖ ਵਾਹਿਗੁਰੂ ਦੀ ਬਹੁਤੀ ਕਿਰਪਾ ਬਖਸ਼ਿਸ਼ ਦਾ ਸਦਕਾ ਜਦੋਂ ਹੋਲਕਾ ਲੈ ਕੇ ਗਈ ਸੀ ਭਗਤ ਪ੍ਰਹਿਲਾਦ ਜੀ ਨੂੰ ਤੇ ਅਗਨ ਵਿੱਚ ਸਾੜਨ ਵਾਸਤੇ, ਉਦੋਂ ਫਿਰ ਸਤਿਗੁਰਾਂ ਦੀ ਬਹੁਤੀ ਕਿਰਪਾ ਬਖਸ਼ਿਸ਼ ਹੋਈ। ਉਹ ਫਿਰ ਹੋਲਕਾ ਉੱਥੇ ਸੜ ਗਈ ਸੀ, ਅਤੇ ਬਾਅਦ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਜੋ ਨਰ ਸਿੰਘ ਅਵਤਾਰ ਧਾਰ ਕੇ ਉਹ ਫਿਰ ਹਰਨਾਕਸ਼ ਨੂੰ ਵੀ ਸੋ ਨਾਸ ਕੀਤਾ ਸੀ। ਇਹ ਜੋ ਇਤਿਹਾਸ ਹੈ ਇਹ ਫਿਰ ਹੋਲੀ ਉੱਤੇ ਮਨਾਇਆ ਕਰਦੇ ਹਨ ਲੋਕ। ਪ੍ਰਸਾਦ ਸੰਗਤ ਜੀ, ਜੋ ਹੁਣ ਦੇ ਸਮੇਂ ਵਿੱਚ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਨੂੰ ਭੁੱਲ ਕੇ ਹੁਣ ਲੋਕ ਜ਼ਿਆਦੇ ਜੋ ਰੰਗ ਬਰੰਗ ਸਿੱਟ ਕਰਕੇ ਇਸ ਪ੍ਰਕਾਰ ਮਨਾਉਂਦੇ ਹਨ। ਤੇ ਸਾਧ ਸੰਗਤ ਜੀ, ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਹੋਲੀ ਉੱਤੇ ਜਿਸ ਤਰ੍ਹਾਂ ਗੁਰਮੁਖ ਪਿਆਰੇ ਮਨਾਉਂਦੇ ਹਨ, ਸਤਿਗੁਰੂ ਜੀ ਫਰਮਾਉਂਦੇ ਹਨ, ਹੋਲੀ ਕੀਨੀ ਸੰਤ ਸੇਵ ਅਤ ਰਾਗਾ ਰੰਗ ਲਾਲ ਦੇਵ ਵਾਹਿਗੁਰੂ। ਅਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਹੋਲੀ ਉੱਤੇ ਜੋ ਸਤਿਗੁਰਾਂ ਦੀ ਸਾਧ ਸੰਗਤ ਵਿੱਚ ਆ ਕਰਕੇ ਜੋ ਸੰਤ ਸੇਵ, ਉਹ ਸੰਤ ਕਿਹੜਾ ਹੁੰਦਾ ਹੈ? ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸੰਤ ਹੁੰਦਾ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਵਿੱਚ ਲੀਨ, ਪ੍ਰੇਮਾ ਭਗਤੀ ਵਿੱਚ ਲੀਨ ਹੁੰਦਾ ਹੈ, ਉਹ ਸੰਤ ਹੁੰਦਾ ਹੈ। ਤੇ ਉਹਦੀ ਸੇਵਾ ਕਰਕੇ ਅਤ ਲਾਗਾ ਲਾਲ ਰੰਗ ਲਾਗਾ ਅਤ ਲਾਲ ਦੇਵ ਵਾਹਿਗੁਰੂ। ਉਹ ਫਿਰ ਜਿਹੜਾ ਲਾਲ ਪ੍ਰੇਮ ਰੰਗ ਹੈ, ਪ੍ਰੇਮ ਰੰਗ ਫਿਰ ਲੱਗ ਜਾਂਦਾ ਹੈ। ਤੇ ਸਾਧ ਸੰਗਤ ਜੀ ਫਿਰ ਸਤਿਗੁਰੂ ਅੱਗੇ ਵੀ ਫਰਮਾਉਂਦੇ ਹਨ, ਦੂਸਰੀ ਅੱਗੇ ਪੰਕਤੀਆਂ ਵਿੱਚ ਫਰਮਾਉਂਦੇ ਹਨ, ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡ ਭਾਗਾ, ਮਹਿਲਾ ਕਦੇ ਨ ਹੋਵਈ ਨਹਿ ਲਾਗਾ ਦਾਗਾ। ਸੋ ਇਹ ਜਿਹੜਾ ਲਾਲ ਰੰਗ ਹੈ, ਪ੍ਰੇਮ ਦਾ ਰੰਗ, ਇਹ ਫਿਰ ਸਤਿਗੁਰੂ ਜੀ ਜਿਹਦੇ ਇਹ ਲਾਲ ਰੰਗ ਲੱਗ ਜਾਂਦਾ ਹੈ ਉਹ ਬਹੁਤ ਵੱਡਿਆ ਭਾਗਾ ਵਾਲਾ ਹੁੰਦਾ ਹੈ। ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡ ਭਾਗਾ, ਉਹ ਵੱਡਿਆ ਭਾਗਾ ਨਾਲ ਹੀ ਸਤਿਗੁਰ ਕਿਰਪਾ ਕਰਕੇ ਇਹ ਲਾਲ ਰੰਗ, ਪ੍ਰੇਮ ਰੰਗ ਜਿਹੜਾ ਅਸੀਂ ਬਣਾਉਂਦੇ ਹਾਂ, ਇਹ ਫਿਰ ਲੱਗਦਾ ਹੈ। ਮਹਿਲਾ ਕਦੇ ਨਾ ਹੋਵਈ ਨਹਿ ਲਾਗਾ ਦਾਗਾ। ਤੇ ਫਿਰ ਵਿਸ਼ਵ ਵਿਕਾਰਾਂ ਰੂਪੀ ਜਿਹੜਾ ਕਲੰਕ ਹੈ, ਉਹ ਜਿਹੜੇ ਦਾਗ ਹੁੰਦੇ ਹਨ, ਉਹ ਫਿਰ ਉਸ ਗੁਰਮੁਖ ਪਿਆਰੇ ਉੱਤੇ ਕਦੇ ਨਹੀਂ ਲੱਗਦੇ। ਇਸ ਤਰ੍ਹਾਂ ਸਤਿਗੁਰਾਂ ਨੇ ਸਾਨੂੰ ਜੋ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਤਿਗੁਰਾਂ ਨੇ ਇਸ ਪ੍ਰਕਾਰ ਸਾਨੂੰ ਦੱਸਿਆ ਹੈ ਕਿਸ ਤਰ੍ਹਾਂ ਹੋਲੀ ਅਸੀਂ ਗੁਰਮੁਖ ਪਿਆਰੇ ਮਨਾਉਂਦੇ ਹਨ। ਅਤੇ ਸੋ ਸਾਧ ਸੰਗਤ ਜੀ, ਜਿੱਥੇ ਜਿੱਥੇ ਭਗਤੀ ਨਾਲ ਅਸੀਂ ਇਸ ਤਰ੍ਹਾਂ ਸਤਿਗੁਰਾਂ ਨੇ ਦੱਸਿਆ ਹੈ ਮਨਾਉਣ ਵਾਸਤੇ, ਉੱਥੇ ਹੋਲਾ ਮਹੱਲਾ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਮਰਿਆਦਾ ਅਨੁਸਾਰ, ਰੀਤੀ ਅਨੁਸਾਰ ਹੋਲੀ ਤੋਂ ਹੋਲਾ ਬਣਾਇਆ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ। ਔਰਨ ਕੀ ਹੋਲੀ ਮਮ ਹੋਲਾ ਸਤਿਗੁਰਾਂ ਦੇ ਪਾਵਨ ਬਚਨ। ਸੋ ਜਿੱਥੇ ਜਿੱਥੇ ਭਗਤੀ ਦਾ ਵੀ ਸਾਨੂੰ ਉਪਦੇਸ਼ ਦਿੱਤਾ ਹੈ ਸਤਿਗੁਰਾਂ ਨੇ, ਉੱਥੇ ਭਗਤੀ ਅਤੇ ਸ਼ਕਤੀ ਦਾ ਪ੍ਰਤੀਕ ਹੈ ਇਹ ਖਾਲਸੇ ਦਾ ਸੰਤ ਸਿਪਾਹੀ ਰੂਪ। ਇੱਥੇ ਫਿਰ ਸਤਿਗੁਰੂ ਜੀ ਦਰਸ਼ਨ ਕਰਵਾਉਂਦੇ ਹਨ। ਜਿੱਥੇ ਭਗਤੀ ਦਾ ਵੀ ਉਪਦੇਸ਼ ਹੈ ਉੱਥੇ ਸ਼ਸਤਰ ਵਿਦਿਆ, ਜੋ ਘੋੜ ਸਵਾਰ, ਜਿੱਥੇ ਖਾਲਸੇ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਜਾ ਕਰਕੇ ਲੱਖਾਂ ਦੀ ਗਿਣਤੀਆਂ ਵਿੱਚ ਜੋ ਗੁਰੂ ਖਾਲਸਾ ਜਾਂਦਾ ਹੈ, ਤਿਆਰ ਬਰ ਤਿਆਰ ਖਾਲਸਾ ਫੌਜਾਂ, ਉੱਥੇ ਫਿਰ ਜਾ ਕਰਕੇ ਘੋੜ ਸਵਾਰ, ਸ਼ਸਤਰ ਵਿਦਿਆ, ਗਤਕਾ ਇਤਿਆਦਿਕ ਇਸ ਪ੍ਰਕਾਰ ਦੇ ਜੋ ਖਾਲਸਾ ਦਾ ਜਾਹੋ ਜਲਾਲ ਦਾ ਪ੍ਰਤੀਕ ਉੱਥੇ ਦਰਸ਼ਨ ਕਰਵਾਉਂਦੇ ਹਨ। ਜਿੱਥੇ 6-6 ਘੋੜੇ, 5-5 ਘੋੜੇ, ਉਹ ਨੇਜਾਬਾਜੀ ਕਰਵਾਉਂਦੇ ਹਨ, ਦੌੜਦੇ ਹਨ ਘੋੜਿਆਂ ਦੇ। ਇਹ ਫਿਰ ਸਤਿਗੁਰਾਂ ਦਾ ਜਾਹੋ ਜਲਾਲ, ਖਾਲਸੇ ਦਾ ਜਾਹੋ ਜਲਾਲ ਦਾ ਪ੍ਰਤੀਕ ਉੱਥੇ ਸਤਿਗੁਰ ਦਰਸ਼ਨ ਕਰਵਾਉਂਦੇ ਹਨ। ਸੋ ਸਾਧ ਸੰਗਤ ਜੀ, ਹੋਲੇ ਮਹੱਲੇ ਦਾ ਉਪਦੇਸ਼ ਭਗਤੀ ਅਤੇ ਸ਼ਕਤੀ ਦਾ ਉਪਦੇਸ਼ ਹੈ, ਸਤਿਗੁਰ ਦਿੰਦੇ ਹਨ। ਜਿੱਥੇ ਜਿੱਥੇ ਸੰਤ ਬਣਨਾ ਹੈ ਉੱਥੇ ਸਿਪਾਹੀ ਵੀ ਬਣਨਾ ਹੈ ਸਤਿਗੁਰਾਂ ਦੀ ਕਿਰਪਾ ਨਾਲ। ਇਹ ਖਾਲਸੇ ਦਾ ਜੋ ਹੋਲਾ ਮਹੱਲਾ ਇਸ ਪ੍ਰਕਾਰ ਅਸੀਂ ਮਨਾਉਂਦੇ ਹਾਂ। ਇਹ ਪਿਛਲੇ ਦਿਨਾਂ ਵਿੱਚ
ਖਾਲਸੇ ਨੇ ਇਕੱਤਰ ਹੋ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਲੱਖਾਂ ਗਿਣਤੀਆਂ ਵਿੱਚ ਸਾਧ ਸੰਗਤ ਉੱਥੇ ਖਾਲਸੇ ਦੇ ਜਨਮ ਸਥਾਨ ਵਿਖੇ ਪਹੁੰਚੇ, ਉੱਥੇ ਮਨਾਇਆ ਹੈ। ਸਾਧ ਸੰਗਤ ਜੀ ਜਦੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਣ ਲੱਗੇ ਸੀ, ਉਦੋਂ ਫਿਰ ਵਿਰਾਗ ਵਿੱਚ ਸਿੰਘਾਂ ਨੇ ਸਤਿਗੁਰੂ ਨੂੰ ਪੁੱਛਿਆ ਸੀ ਕਿ ਸਤਿਗੁਰੂ ਜੀ ਅਸੀਂ ਇੱਥੇ ਬਹੁਤਾ ਸਮਾਂ ਬਤੀਤ ਕੀਤਾ ਹੈ, ਬਹੁਤਾ ਸਮਾਂ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਜੋ ਅਨੰਦਪੁਰ ਸਾਹਿਬ ਵਸਾਇਆ ਹੈ, ਇੱਥੇ ਹੁਣ ਬਹੁਤਾ ਸਮਾਂ ਅਸੀਂ ਬਤੀਤ ਕੀਤਾ ਹੈ। ਤੇ ਵਿਰਾਗ ਵਿੱਚ ਸਿੰਘ ਪੁੱਛ ਰਹੇ ਸੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਕਿ ਕਹਿੰਦੇ ਅਸੀਂ ਇੱਥੇ ਵਾਪਸ ਆਵਾਂਗੇ। ਤੇ ਉਸ ਵੇਲੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਹਰ ਇੱਕ ਸਾਲ ਜਦੋਂ ਖਾਲਸਾ ਇਕੱਤਰ ਹੋ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਹੋਲਾ ਮਹੱਲਾ ਆ ਕੇ ਮਨਾਇਆ ਕਰੂਗਾ, ਅਸੀਂ ਵੀ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਉੱਥੇ ਹਾਜ਼ਰ ਹੁੰਦੇ ਹਨ ਸੰਗਤਾਂ ਵਿੱਚ। ਫਿਰ ਉੱਥੇ ਹੋਲੇ ਮਹੱਲੇ ਦੀ ਧਰਤੀ ਵਿਖੇ ਸਾਰਾ ਗੁਰੂ ਪੰਥ ਖਾਲਸਾ ਇਕੱਤਰ ਹੁੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 4 ਸਾਹਿਬਜ਼ਾਦੇ ਤੇ ਸ਼ਹੀਦੀ ਫੌਜਾਂ ਆਪ ਵੀ ਉੱਥੇ ਪ੍ਰਵੇਸ਼ ਹੁੰਦੇ ਹਨ। ਸੋ ਸਤਿਗੁਰਾਂ ਦੀ ਬਹੁਤੀ ਕਿਰਪਾ ਹੈ। ਸਤਿਗੁਰ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ, ਗੁਰੂ ਖਾਲਸੇ ਪੰਥ ਤੇ ਖੁਸ਼ੀਆਂ ਬਖਸ਼ਣ, ਤਿਆਰ ਪ੍ਰਤਿਆਰ ਖਾਲਸੇ ਸਜਾਉਣ, ਸੰਤ ਸਿਪਾਹੀ ਖਾਲਸੇ ਆਪ ਦੇ ਉਪਦੇਸ਼ ਤੇ ਆਪ ਕਿਰਪਾ ਕਰਕੇ ਮਨਾਉਣ। ਸਤਿਗੁਰੂ ਜੀ ਆਪ ਕਿਰਪਾ ਕਰਨ। ਸੋ ਰਹੋ ਵਿਚਾਰ ਜਿਸ ਤਰ੍ਹਾਂ ਪਿਛਲੇ ਹਫ਼ਤਿਆਂ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਪਾਵਨ ਇਤਿਹਾਸ ਹੈ ਉਹ ਸਤਿਗੁਰਾਂ ਦੀ ਕਿਰਪਾ ਨਾਲ ਸ਼ੁਰੂ ਕੀਤਾ ਹੈ। ਉਹ ਜਿਹੜੀ ਲੜੀ ਹੈ ਉਹ ਅੱਜ ਆਰੰਭ ਕਰਨੀ ਹੈ, ਉਹ ਵਾਹਿਗੁਰੂ ਅੱਗੇ ਚਲਾਉਣੀ ਹੈ ਸਤਿਗੁਰਾਂ ਦੀ ਕਿਰਪਾ ਨਾਲ। ਸੋ ਸਤਿਗੁਰੂ ਜੀ ਪਿਛਲੇ ਹਫ਼ਤੇ ਕਥਾ ਵਿੱਚ ਸਰਵਣ ਕੀਤਾ ਸੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਾਲਕ ਉਮਰ ਵਿੱਚ ਛੋਟੇ ਹੁੰਦੇ ਜੋ ਵਿਹੜੇ ਵਿੱਚ ਖੇਡਦੇ ਹੁੰਦੇ ਸੀ ਅਤੇ ਖੇਡਦੇ ਖੇਡਦੇ ਕਈ ਵਾਰੀ ਜੋ ਜਿੱਥੇ ਮਿੱਟੀ ਹੁੰਦੀ ਸੀ ਵਿਹੜੇ ਵਿੱਚ ਉਹ ਲੱਗ ਜਾਂਦੀ ਸੀ। ਮਾਤਾ ਤ੍ਰਿਪਤਾ ਜੀ ਫਿਰ ਆ ਕਰਕੇ ਪ੍ਰੇਮ ਪਿਆਰ ਨਾਲ ਸਤਿਗੁਰਾਂ ਨੂੰ ਰਹਿ ਕਰਕੇ ਬੜੇ ਪ੍ਰੇਮ ਸ਼ਬਦਾਂ ਨਾਲ ਇਸ਼ਨਾਨ ਕਰਵਾਇਆ ਕਰਦੇ ਹੁੰਦੇ ਸੀ। ਨਵੇਂ ਕੱਪੜੇ ਵਸਤਰ ਪਹਿਨ ਕਰਕੇ ਜੋ ਸਤਿਗੁਰਾਂ ਨੂੰ ਜੋ ਦੁੱਧ ਪਵਾ ਕੇ ਇਸ ਤਰ੍ਹਾਂ ਸਤਿਗੁਰਾਂ ਦੀ ਰੱਖਿਆ ਕਰਦੇ ਹੁੰਦੇ ਸੀ, ਪਾਲਣਾ ਕਰਦੇ ਸੀ ਮਾਤਾ ਤ੍ਰਿਪਤਾ ਜੀ। ਤੇ ਫਿਰ ਜਦੋਂ ਸਤਿਗੁਰਾਂ ਦੀ ਥੋੜੀ ਵੱਡੀ ਉਮਰ ਹੋਈ, ਜਦੋਂ ਚਰਨਾਂ ਵਿੱਚ ਥੋੜੀ ਜਿਹੀ ਸਟਰੈਂਥ ਆ ਗਈ ਸੀ, ਬਲ ਆ ਗਿਆ ਸੀ ਸਤਿਗੁਰਾਂ ਦੇ ਚਰਨਾਂ ਵਿੱਚ, ਫਿਰ ਸਤਿਗੁਰ ਜੀ ਆਪ ਫਿਰ ਬਿਨਾਂ ਆਸਰੇ ਤੋਂ ਖੜ ਜਾਂਦੇ ਸੀ ਆਪਦੇ ਚਰਨਾਂ ਤੇ। ਤੇ ਫਿਰ ਜਦੋਂ ਉਮਰ ਵੱਡੀ ਹੋਈ 5 ਸਾਲਾਂ ਦੀ ਉਮਰ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਉਮਰ ਹੋਈ, ਫਿਰ ਉਦੋਂ ਇਸ ਪ੍ਰਕਾਰ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇਤਿਹਾਸ ਵਿੱਚ ਲਿਖਦੇ ਹਨ, ਭਾਈ ਬਾਲਾ ਜੀ ਸੁਣਾਉਂਦੇ ਹਨ ਕਿ ਇੱਕ ਦਿਨ ਦੀ ਗੱਲ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਜਿਹੜੇ ਘਰ ਦੇ ਵਸਤੂ ਸੀ, ਭਾਂਡੇ ਕੱਪੜੇ ਇਸ ਪ੍ਰਕਾਰ ਦੇ ਜਿਹੜੇ ਵਸਤੂ ਸੀ ਉਹ ਫਿਰ ਬਾਹਰ ਜਾ ਕਰਕੇ ਉੱਥੇ ਉਹ ਫਿਰ ਜਿੱਥੇ ਗਊ ਗਰੀਬ ਹੁੰਦੇ ਸੀ, ਲੋੜਵੰਦ ਹੁੰਦੇ ਸੀ, ਉੱਥੇ ਫਿਰ ਜਾ ਕਰਕੇ ਉਹਨਾਂ ਨੂੰ ਦੇ ਦਿੰਦੇ ਸੀ। ਉਹਨਾਂ ਦੀ ਜੋ ਦਿਆਲੂ ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਤੇ ਦਇਆ ਕਰਕੇ ਉਹਨਾਂ ਨੂੰ ਦੇ ਦਿੰਦੇ ਸੀ। ਤੇ ਇੱਕ ਦਿਨ ਦੀ ਗੱਲ ਹੈ ਜਦੋਂ ਮਾਤਾ ਤ੍ਰਿਪਤਾ ਜੀ ਨੇ ਵੀ ਵੇਖ ਲਿਆ ਸੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ, ਭਾਂਡੇ ਲੈ ਕਰਕੇ ਗਏ ਸੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਪਰ ਫਿਰ ਖਾਲੀ ਹੱਥ ਜੋ ਘਰੇ ਮੁੜ ਕੇ ਆ ਗਏ ਸੀ ਮੁੜ ਕੇ। ਅਤੇ ਇਸ ਪ੍ਰਕਾਰ ਵੇਖ ਕਰਕੇ ਮਾਤਾ ਤ੍ਰਿਪਤਾ ਜੀ ਬੜੇ ਗੁੱਸੇ ਹੋਏ ਸੀ, ਪੁੱਛਣ ਲੱਗੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਕਿੱਥੇ ਤੂੰ ਉਹ ਜਾ ਕਰਕੇ ਪਾਂਡਾ ਗਵਾ ਦਿੱਤਾ। ਤੇ ਸਤਿਗੁਰਾਂ ਨੇ ਫਿਰ ਉਸ ਵੇਲੇ ਕੋਈ ਬਚਨ ਨਹੀਂ ਕੀਤਾ, ਚੁੱਪ ਰਹੇ ਤੇ ਨੀਵੀਂ ਪਾ ਲਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ। ਤੇ ਬੜੇ ਗੁੱਸੇ ਵਿੱਚ ਫਿਰ ਪੁੱਛਣ ਲੱਗੇ, ਮਾਤਾ ਤ੍ਰਿਪਤਾ ਜੀ ਨੇ ਫਿਰ ਸੋਟੀ ਵੀ ਚੱਕ ਲਈ ਸੀ ਗੁੱਸੇ ਵਿੱਚ ਧਮਕੇ ਫਿਰ ਡਰਾਉਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ। ਤੇ ਫਿਰ ਉਸ ਵੇਲੇ ਜੋ ਭਾਈ ਲਾਲੂ ਜੀ ਸੀ ਸਤਿਗੁਰਾਂ ਦੇ ਜੋ ਚਾਚਾ ਜੀ ਸੀ ਉਹ ਵੀ ਆ ਕਰਕੇ ਫਿਰ ਸਤਿਗੁਰਾਂ ਨੂੰ ਬਚਾਇਆ ਮਾਤਾ ਤ੍ਰਿਪਤਾ ਜੀ ਤੋਂ। ਫਿਰ ਉਸ ਵੇਲੇ ਮਾਤਾ ਤ੍ਰਿਪਤਾ ਜੀ ਨੇ ਇਸ ਪ੍ਰਕਾਰ ਬਚਨ ਕੀਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਕਿ ਅੱਗੇ ਤੋਂ ਹੁਣ ਇਹ ਕੰਮ ਨਹੀਂ ਕਰਨਾ, ਪਰ ਹੁਣ ਛੱਡ ਦਿੱਤਾ ਭਾਈ ਲਾਲੂ ਜੀ ਕਰਕੇ। ਤੇ ਫਿਰ ਬਾਅਦ ਵਿੱਚ ਜਿਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਬੜੇ ਮੋਹ ਵਿੱਚ ਆ ਗਏ ਸੀ, ਬੜੇ ਪਛਤਾਉਂਦੇ ਸੀ ਬਾਅਦ ਵਿੱਚ ਕਿ ਸਤਿਗੁਰਾਂ ਨੂੰ ਝਿੜਕਿਆ ਆਇਆ ਸੀ, ਤੇ ਫਿਰ ਮੋਹ ਵਿੱਚ ਆ ਕਰਕੇ ਫਿਰ ਸਤਿਗੁਰਾਂ ਨੂੰ ਗੋਦੀ ਵਿੱਚ ਲੈ ਲਿਆ ਤੇ ਬੜਾ ਪ੍ਰੇਮ ਫਿਰ ਵਿਖਾਇਆ ਬਾਅਦ ਵਿੱਚ। ਤੇ ਫਿਰ ਛੱਡ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਿਰ ਆਪਦੇ ਜੋ ਬਾਲਕਾਂ ਨਾਲ ਦੋਸਤਾਂ ਨਾਲ ਫਿਰ ਖੇਡਣ ਚਲੇ ਗਏ ਸੀ। ਤੇ ਉੱਥੇ ਫਿਰ ਪਿਛਲੇ ਹਫ਼ਤੇ ਇਸ ਪ੍ਰਕਾਰ ਜੋ ਕਥਾ ਛੱਡਿਆ ਸੀ, ਸੋ ਹੁਣ ਇਸ ਹਫ਼ਤੇ ਸਤਿਗੁਰ ਕਿਰਪਾ ਕਰਨ ਹੁਣ ਕਥਾ ਦੀ ਆਰੰਭਤਾ ਕਰੀਏ। ਸੋ ਸਾਰੀ ਸੰਗਤ ਮਨ ਚਿਤ ਬਿਰਤੀਆਂ ਇਕਾਗਰ ਕਰੋ, ਪ੍ਰੇਮ ਸ਼ਬਦਾ ਭਾਵਨਾ ਨਾਲ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਲੂ ਲਛਣ ਦੇਖ ਆਸ। ਸੋ ਸਾਧ ਸੰਗਤ ਜੀ ਪਿਛਲੇ ਹਫ਼ਤੇ ਇੱਥੇ ਛੱਡਿਆ ਸੀ, ਮਾਤਾ ਤ੍ਰਿਪਤਾ ਜੀ ਨੇ ਸਤਿਗੁਰਾਂ ਨੂੰ ਛੱਡ ਦਿੱਤਾ ਸੀ। ਉਹ ਫਿਰ ਆਪਦੇ
ਜੋ ਦੋਸਤਾਂ ਨਾਲ ਬਾਲਕਾਂ ਨਾਲ ਖੇਡਣ ਚਲ ਗਏ ਸੀ। ਸੋ ਕਾਲੂ ਲੱਛਣ ਦੇ ਅਸ। ਸੋ ਬਾਬਾ ਮਹਿਤਾ ਕਾਲੂ ਜੀ ਨੇ ਫਿਰ ਆ ਕਰਕੇ ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਸ ਨਿਸ਼ਾਨੀਆਂ ਨੂੰ ਵੇਖ ਕਰਕੇ, ਲੱਛਣ ਵੇਖ ਕਰਕੇ, ਦੈਵਿਕ ਵਾਕ ਸੰਭਾਰ। ਜਿਸ ਤਰ੍ਹਾਂ ਪੰਡਿਤ ਹਰਦਿਆਲ ਜੀ ਨੇ ਪਿਛਲੇ ਹਫ਼ਤਿਆਂ ਵਿੱਚ, ਪਿਛਲੇ ਦਿਨਾਂ ਵਿੱਚ, ਪਿਛਲੇ ਸਮੇਂ ਵਿੱਚ ਪੰਡਿਤ ਹਰਦਿਆਲ ਜੀ ਨੇ ਜੋ ਜੋਤਿਸ਼ ਮਤ ਜੋ ਉਹ ਵਿਚਾਰ ਕੀਤੀ ਹੈ, ਉਹ ਫਿਰ ਬਾਬਾ ਮਹਿਤਾ ਕਾਲੂ ਜੀ ਨੂੰ ਉਹ ਸਾਰੀ ਵਿਚਾਰ ਯਾਦ ਆ ਗਈ। ਗਿਣਤੀ ਘਟੀ ਔਰ ਅਟਪਟੀ। ਤੇ ਇਸ ਪ੍ਰਕਾਰ ਆਪਦੇ ਮਨ ਵਿੱਚ ਵਿਚਾਰ ਕਰਦੇ ਹਨ ਬਾਬਾ ਮਹਿਤਾ ਕਾਲੂ ਜੀ ਕਿ ਪੰਡਿਤ ਹਰਦਿਆਲ ਜੀ ਨੇ ਬਹੁਤ ਸਾਰੇ ਜੋ ਗਿਣਤੀਆਂ ਦੇ ਗੁਣ ਗਿਣੇ ਸੀ ਸਤਿਗੁਰਾਂ ਦੇ। ਹਾਂਜੀ। ਤਿਹ ਕੇ ਗਇਓ ਅਗਾਰ। ਅਤੇ ਉਹ ਜਿਹੜੇ ਲੱਛਣ ਸਤਿਗੁਰਾਂ ਦੀ ਨਿਸ਼ਾਨੀਆਂ ਵੇਖ ਕਰਕੇ ਬਾਬਾ ਮਹਿਤਾ ਕਾਲੂ ਜੀ ਜੋ ਪੰਡਿਤ ਹਰਦਿਆਲ ਜੀ ਦੇ ਘਰੇ ਜਾ ਕਰਕੇ ਪਹੁੰਚਿਆ। ਚੌਪਈ ਦਿਜ ਕੋ ਦੇਖ ਬਦਨ ਤੇ ਬੋਲਿਓ। ਅਤੇ ਫਿਰ ਬਾਬਾ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਜੀ ਦੇ ਘਰ ਦੇ ਦਰਵਾਜ਼ੇ ਜਾ ਕਰਕੇ ਉਤੇ ਉੱਚੀ ਆਵਾਜ਼ ਵਿੱਚ ਪੰਡਿਤ ਹਰਦਿਆਲ ਜੀ ਨੂੰ ਬੁਲਾਉਂਦੇ ਹਨ। ਭਲੋ ਆਪ ਨੇ ਜੋਤਿਸ਼ ਟੋਲਿਓ। ਇਸ ਪ੍ਰਕਾਰ ਬਚਨ ਕਹਿਣ ਲੱਗੇ ਪੰਡਿਤ ਹਰਦਿਆਲ ਜੀ ਨੂੰ ਕਿ ਇਹ ਪੰਡਿਤ ਹਰਦਿਆਲ ਤੂੰ ਤਾਂ ਬਹੁਤ ਚੰਗੀ ਜੋਤਿਸ਼ ਮਤ ਵਿਚਾਰੀ ਸੀ। ਤੁਮਰੋ ਕਹਿਓ ਨਾ ਫੁਰ ਭਾ ਏਕੋ। ਪਰ ਜਿਹੜਾ ਤੂੰ ਬਚਨ ਕੀਤਾ ਸੀ, ਜਿਹੜੇ ਬਚਨ ਤੂੰ ਕੀਤੇ ਸੀ, ਉਹ ਕੋਈ ਨਹੀਂ ਸੱਚਾ ਹੋਇਆ, ਸਾਰਾ ਝੂਠ ਸੀ ਉਹ। ਵਰਣਨ ਕੀਨੇ ਗੁਣ ਜੋ ਅਨੇਕੋ। ਤੇ ਜਿਸ ਤਰ੍ਹਾਂ ਤੂੰ ਬਹੁਤ ਸਾਰੇ ਨੇਕ ਤਰ੍ਹਾਂ ਦੇ ਗੁਣ ਤੂੰ ਗਿਣੇ ਸੀ ਸਤਿਗੁਰਾਂ ਦੇ, ਤੂੰ ਬਹੁਤ ਸਾਰੇ ਗੁਣ ਤੂੰ ਕਹਿੰਦਾ ਸੀ, ਵਿਚਾਰ ਕੀਤੀ ਸੀ ਜੋਤਿਸ਼ ਮਤ ਵਿੱਚ, ਉਹ ਤੂੰ ਵਰਣਨ ਕੀਤੇ ਸੀ। ਦੇਹ ਕੇ ਲੱਛਣ ਤੇ ਮੈਂ ਜਾਣੀ। ਤੇ ਮੈਂ ਮੇਰੇ ਸੁਪੁੱਤਰ ਦੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਲੱਛਣ ਹੁਣ ਨਿਸ਼ਾਨੀਆਂ ਮੈਂ ਜਾਣ ਲਏ ਹਨ। ਧਨ ਹਾਨੀ ਹੋਏ ਮਨ ਅਨੁਮਾਨੀ। ਅਤੇ ਇਹ ਜਿਹੜਾ ਸੁਪੁੱਤਰ ਹੈ ਮੇਰਾ, ਇਹ ਵੱਡਾ ਹੋ ਕੇ ਜੋ ਮੇਰੇ ਧਨ ਦਾ ਹਾਨੀ ਹੋਊਗਾ, ਬਰਬਾਦ ਕਰੂਗਾ ਮੇਰੇ ਧਨ ਦਾ, ਉਹ ਮੈਂ ਸਾਰੀ ਵਿਚਾਰ ਲਈ ਮੈਂ ਹੁਣ। ਭਲੋ ਛਤਰ ਮੂਜ ਧਾਮ ਫਿਰਾਇਓ। ਇਹ ਪੰਡਿਤ ਹਰਦਿਆਲ ਤੂੰ ਇਸ ਪ੍ਰਕਾਰ ਬਚਨ ਕਰਦਾ ਸੀ ਕਿ ਇਹ ਸੁਪੁੱਤਰ ਉੱਤੇ ਬਹੁਤ ਸਾਰੇ ਛਤਰ ਝੁੱਲਣਗੇ, ਤੂੰ ਤਾਂ ਚੰਗੀ ਛਤਰ ਚਲਾਤੀ ਤੂੰ। ਅਗਲੀ ਦੀਨੀ ਵਸਤ ਗਵਾਇਓ। ਅਤੇ ਜਿਹੜਾ ਸੁਪੁੱਤਰ ਹੈ ਮੇਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਇਹ ਵਸਤੂ ਲੈ ਕਰਕੇ ਬਾਹਰ ਜਾ ਕੇ ਗਵਾ ਦਿੰਦਾ ਹੈ। ਜੋ ਲੇਵਹਿ ਸੋ ਜਾਏ ਗਵਾਵਹਿ। ਜਿਹੜਾ ਵੀ ਕੁਝ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਲੈ ਕੇ ਜਾਂਦੇ ਹਨ, ਉਹ ਬਾਹਰ ਜਾ ਕੇ ਫਿਰ ਗਵਾ ਲੈਂਦੇ ਹਨ। ਬੂਝਹਿ ਜੇ ਨਹਿ ਕਛੂ ਬਤਾਵਹਿ। ਅਤੇ ਫਿਰ ਜਦੋਂ ਬਾਅਦ ਵਿੱਚ ਅਸੀਂ ਸਤਿਗੁਰੂ ਨੂੰ ਪੁੱਛਦੇ ਹਨ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਜਿਹੜਾ ਕੁਝ ਪੁੱਛਦੇ ਹਨ, ਉਹ ਫਿਰ ਬਾਅਦ ਕੁਝ ਦੱਸਦੇ ਵੀ ਨਹੀਂ ਹੈਗੇ। ਗਣਨਾ ਗਿਨੀ ਗੁਨੀ ਨਿਰਗੁਣੀ। ਤੇ ਤੂੰ ਪੰਡਿਤ ਹਰਦਿਆਲ ਤੂੰ ਬਹੁਤ ਸਾਰੇ ਗੁਣਾਂ ਦੀ ਤੂੰ ਗਿਣਤੀ ਕੀਤੀ ਸੀ, ਤੇ ਉਹ ਜਿਹੜੇ ਸਾਰੇ ਗੁਣ ਤੂੰ ਗੱਲ ਕਰਦਾ ਸੀ, ਉਹ ਨਿਰਗੁਣੀ ਹੋ ਗਏ, ਔਗਣੀ ਦਿਸਦੇ ਹਨ ਸਾਨੂੰ। ਤੁਮ ਗੁਣਵਾਨ ਭਨੀ ਅਨਬਨੀ। ਤੂੰ ਤਾਂ ਕਿਹਾ ਸੀ ਵੀ ਇਹ ਸੁਪੁੱਤਰ ਗੁਣਵਾਨ ਹੋਊਗਾ, ਗੁਣਾਂ ਦਾ ਘਰ ਹੋਊਗਾ, ਪਰ ਉਲਟਾ ਹੀ ਪੈ ਗਿਆ। ਦੋਹਰਾ ਮਨ ਹਰ ਖਾਵਨ ਕੇ ਨਮਿਤ। ਮਹਿਤਾ ਕਾਲੂ ਜੀ ਕਹਿੰਦੇ ਹਨ ਪੰਡਿਤ ਹਰਦਿਆਲ ਨੂੰ ਕਿ ਇਸ ਪ੍ਰਕਾਰ ਮੈਨੂੰ ਸਮਝ ਲੱਗਦੀ ਹੈ ਕਿ ਤੂੰ ਤਾਂ ਮੈਨੂੰ ਖੁਸ਼ ਰੱਖਣ ਵਾਸਤੇ ਇਸ ਪ੍ਰਕਾਰ ਬਚਨ ਕਰਦਾ ਸੀ। ਮੁਝ ਸੋ ਕਿਦੋ ਸੁਨਾਏ। ਅਤੇ ਤੂੰ ਇਸ ਪ੍ਰਕਾਰ ਬਚਨ ਸੁਣਾਉਣਾ ਕੀਤੇ ਮੈਨੂੰ ਖੁਸ਼ ਰੱਖਣ ਵਾਸਤੇ। ਗਣਨਾ ਕਰਤੇ ਚੁੱਕ ਗਏ। ਪਰ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਤੂੰ ਇੰਨੇ ਸਾਰੇ ਗੁਣ ਗਿਣੇ ਸੀ, ਉਹ ਤੇਰੇ ਉਲਟੇ ਹੋ ਗਏ। ਕਿਦੋ ਨਾ ਜਾਣਿਓ ਜਾਏ। ਜਿਹੜੀ ਤੂੰ ਜੋਤਿਸ਼ ਵਾਲੀ ਮਤ ਵਿਚਾਰ ਕੀਤੀ ਸੀ, ਉਹ ਸਹੀ ਨਹੀਂ ਹੋਈ। ਚੌਪਈ ਸੁਨ ਕਰ ਦਿਜਬਰ ਕਾਲੂ ਬਾਣੀ। ਫਿਰ ਜਦੋਂ ਪੰਡਿਤ ਹਰਦਿਆਲ ਜੀ ਨੇ ਇਸ ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਤੋਂ ਜੋ ਬਾਣੀ ਸੁਣੀ ਹੈ, ਬਚਨ ਸੁਣੇ ਹਨ, ਹੋਤੀ ਅਸ਼ਰਦਾ ਮਹਿਲ ਪਟਾਨੀ। ਇਸ ਪ੍ਰਕਾਰ ਮਨ ਵਿੱਚ ਵਿਚਾਰ ਕਰਦੀ ਕਿ ਇਹ ਜਿਹੜਾ ਬਾਬਾ ਹੈ, ਇਹ ਅਸ਼ਰਦਾ ਵਿੱਚ ਲਿਪਟ ਗਿਆ, ਅਸ਼ਰਦਾ ਵਿੱਚ। ਤੁਸ ਔਰ ਸ਼ਰਦਾ ਦੇਵਨ ਹੇਤੂ। ਤੇ ਉਹਨੂੰ ਸ਼ਰਧਾ ਦੇਣ ਵਾਸਤੇ ਪੰਡਿਤ ਹਰਦਿਆਲ ਜੀ ਫਿਰ ਅੱਗੇ ਬੋਲਿਓ ਬਚਨ ਵਿਪਰ ਕੁਲ ਕੇਤੂ। ਸੋ ਬੇਦੀ ਕੁਲ ਦੇ ਨਿਸ਼ਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸੰਬੰਧ ਵਿੱਚ ਫਿਰ ਉਹਨੂੰ ਬਾਬਾ ਮਹਿਤਾ ਕਾਲੂ ਜੀ ਨੂੰ ਸ਼ਰਧਾ ਦੇਣ ਵਾਸਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸੰਬੰਧ ਵਿੱਚ ਪੰਡਿਤ ਹਰਦਿਆਲ ਜੀ ਹੁਣ ਬਚਨ ਕਰਦੇ ਹਨ। ਇੱਕ ਲੱਛਣ ਮੈਂ ਤਬ ਹੀ ਹੇਰਾ। ਇਹ ਮਹਿਤਾ ਕਾਲੂ ਜੀ, ਉਸ ਵੇਲੇ ਜੋ ਇੱਕ ਲੱਛਣ ਇੱਕ ਨਿਸ਼ਾਨੀ ਮੈਂ ਤੁਹਾਨੂੰ ਨਹੀਂ ਦੱਸੀ ਸੀ, ਕਹਿਓ ਨਾ ਸੋ ਪਿਕ ਆਨੰਦ ਤੇਰਾ। ਕਿਉਂ ਕਰਕੇ ਤੂੰ ਉਸ ਵੇਲੇ ਤੇਰੇ ਘਰ ਦੇ ਵਿੱਚ ਨਵਾਂ ਹੀ ਸੁਪੁੱਤਰ ਪੈਦਾ ਹੋਇਆ ਸੀ, ਤੂੰ ਬਹੁਤਾ ਖੁਸ਼ ਸੀ, ਬਹੁਤਾ ਆਨੰਦ ਵਿੱਚ ਸੀ, ਪ੍ਰਸੰਨਤਾ ਵਿੱਚ ਸੀ, ਉਸ ਵੇਲੇ ਮੈਂ ਤੈਨੂੰ ਇੱਕ ਨਿਸ਼ਾਨੀ ਨਹੀਂ ਦੱਸੀ। ਪ੍ਰਗਟ ਭਇਓ ਮੈਂ ਸੋ ਅਬ ਜਾਣਿਓ। ਇਹ ਜਿਹੜੀ ਨਿਸ਼ਾਨੀ ਹੈ ਹੁਣ ਆ ਕਰਕੇ ਹੁਣ ਪ੍ਰਗਟ ਹੋਈ ਹੈ, ਹੁਣ ਪਤਾ ਲੱਗ ਗਿਆ ਕਿ ਉਹ ਸੱਚ ਹੀ ਸੀ।
ਜੋ ਤੇ ਸੋ ਨਹਿ ਤਬਹਿ ਬਖਾਨਿਓ। ਸੋ ਉਸ ਵੇਲੇ ਤੂੰ ਬਹੁਤਾ ਖੁਸ਼ ਸੀ, ਬਹੁਤਾ ਪ੍ਰਸੰਨਤਾ ਵਿੱਚ ਸੀ, ਉਸ ਵੇਲੇ ਦੱਸੀ ਨਹੀਂ ਗਈ। ਮੈਂ ਹੁਣ ਤੈਨੂੰ ਦੱਸਦਾ ਉਹ ਨਿਸ਼ਾਨੀ। ਬਾਲਕ ਕੇ ਸੰਬੰਧੀ ਜੇਤੇ। ਜਿਹੜੇ ਇਸ ਬਾਲਕ ਸੁਪੁੱਤਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸੰਬੰਧੀ ਸਾਰੇ ਹੋਣਗੇ। ਮਹਿਮਾ ਲੱਖ ਨਾ ਸਕਣਗੇ ਤੇ ਇਹ ਸਤਿਗੁਰਾਂ ਦੀ ਵੱਡੀ ਭਾਰੀ ਮਹਿਮਾ ਜਿਹੜੀ ਹੈ ਉਹ ਜਾਣ ਨਾ ਸਕਣਗੇ। ਅਵਰ ਅਨੇਕ ਮਨੁਜ ਵਰਸਾਵੈ। ਤੇ ਜਿਹੜੀ ਦੂਸਰੀ ਸਾਰੀ ਦੁਨੀਆ ਹੈ, ਲੋਕ ਹਨ, ਉਹ ਸਤਿਗੁਰਾਂ ਤੋਂ ਜੋ ਪ੍ਰੇਮਾ ਭਗਤੀ ਦੁਆਰਾ ਜਪੀ ਵਾਹਿਗੁਰੂ ਮੰਤਰ ਦੁਆਰਾ ਉਹ ਸਾਰੇ ਫਿਰ ਸਤਿਗੁਰਾਂ ਪਾਸੋਂ ਲਾਭ ਉਠਾਉਣਗੇ। ਕੋਈ ਸੰਬੰਧੀ ਸੁਖ ਪਾਵੈ। ਪਰ ਜਿਹੜੇ ਬਾਲਕ ਦੇ ਸੰਬੰਧੀ ਹਨ, ਕੁਝ ਹੀ ਜਿਸ ਤਰ੍ਹਾਂ ਭਾਵ ਬੇਬੇ ਨਾਨਕੀ ਜੀ ਹਨ, ਉਹ ਫਿਰ ਲਾਭ ਉਠਾਉਣਗੇ। ਪਰ ਜਿਹੜੇ ਦੂਸਰੇ ਸਾਰੇ ਸੰਬੰਧੀ ਹਨ, ਉਹ ਸਤਿਗੁਰਾਂ ਦੀ ਭਾਰੀ ਮਹਿਮਾ ਉਹ ਨਹੀਂ ਜਾਣ ਸਕਣਗੇ। ਹੋਏ ਤਰਨ ਜਬ ਵਧਹਿ ਪ੍ਰਤਾਪਾ। ਅਤੇ ਫਿਰ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਵਾਨੀ ਉਮਰ ਵਿੱਚ ਆਉਣਗੇ, ਜੋ 52 ਤ੍ਰੈ ਲੋਕਨ ਮਾਪਾ। ਉਦੋਂ ਫਿਰ ਬਹੁਤਾ ਸਾਰਾ ਤੇਜ ਪ੍ਰਤਾਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਊਗਾ। ਪੀਰ ਮੀਰ ਮਾਨਹਿਗੇ ਆਨਾ। ਤੇ ਜਿਹੜੇ ਸਾਰੇ ਵੱਡੇ ਵੱਡੇ ਭੀਰ ਹਨ, ਮੀਰ ਪਾਤਸ਼ਾਹ ਹਨ, ਉਹ ਸਾਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਮੰਨਣਗੇ ਅਤੇ ਪੂਜਣਗੇ। ਜੋ ਗੋਕਲ ਮਥੁਰਾ ਭਗਵਾਨਾ। ਅਤੇ ਇਸ ਪ੍ਰਕਾਰ ਜਿਹੜੇ ਸਾਰੇ ਪੀਰ ਹਨ, ਮਰੀਦ ਬਣ ਕਰਕੇ ਸਤਿਗੁਰਾਂ ਦੀ ਸੰਗਤ ਵਿੱਚ ਆ ਕਰਕੇ ਸਾਰੇ ਪੂਜਣਗੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ। ਰਾਮਚੰਦ ਸੇ ਗੁਣ ਇਨ ਮਾਹੀ। ਅਤੇ ਜਿਹੜਾ ਸ੍ਰੀ ਰਾਮਚੰਦਰ ਹੈ, ਜਿਸ ਤਰ੍ਹਾਂ ਉਹਦਾ ਇੱਕ ਗੁਣ ਹੈ ਮਰਿਆਦਾ ਪੁਰਸ਼ੋਤਮ, ਇਸੇ ਤਰ੍ਹਾਂ ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਗੁਣ ਹੋਊਗਾ। ਬ੍ਰਿਧ ਹੋਏ ਤਬ ਲਿਹੁ ਪਤਿਆਹੀ। ਅਤੇ ਇਸੇ ਹੀ ਤਰ੍ਹਾਂ ਫਿਰ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਥੋੜੇ ਵੱਡੇ ਹੁੰਦੇ ਹਨ, ਹੋਏ ਆਚਾਰਜ ਬਿਆਸ ਸਮਾਨੇ। ਵੱਡੇ ਹੋ ਕਰਕੇ ਜਦੋਂ ਜਗਤ ਵਿੱਚ ਫਿਰਨਾ ਕਰੂਗੇ, ਬਹੁਤ ਵੱਡੇ ਵਿਦਵਾਨ ਹੋਣਗੇ, ਬਹੁਤ ਸਾਰੇ ਪ੍ਰਚਾਰ ਕਰਨਗੇ। ਮਾਨਵ ਧਨ ਜੇ ਮਨ ਕਰ ਮਾਨੇ। ਤੇ ਜੋ ਵੀ ਸਤਿਗੁਰਾਂ ਨੂੰ ਜੋ ਮਨ ਕਰਕੇ ਮੰਨੂਗਾ, ਮਨ ਬਾਣੀ ਸਰੀਰ ਕਰਕੇ ਮੰਨੂਗਾ, ਉਹ ਫਿਰ ਧੰਤਾ ਦਾ ਯੋਗ ਹੋ ਜਾਊਗਾ। ਦੋਹਰਾ ਸੁਤ ਪਰ ਸ਼ਰਦਾ ਉਰ ਕਰਹੁ। ਪੰਡਿਤ ਹਰਦਿਆਲ ਜੀ ਕਹਿੰਦੇ ਹਨ ਬਾਬਾ ਮਹਿਤਾ ਕਾਲੂ ਜੀ ਨੂੰ ਕਿ ਹੇ ਬਾਬਾ ਮਹਿਤਾ ਕਾਲੂ, ਆਪਦੇ ਸੁਪੁੱਤਰ ਵਿੱਚ ਥੋੜੀ ਸ਼ਰਧਾ ਰੱਖਣਾ ਕਰੋ। ਦਰਬ ਪ੍ਰੀਤ ਹਰ ਕੂਰ। ਇਹ ਤੇ ਜਿਹੜਾ ਜੋ ਤਨ ਤੇ ਪ੍ਰੀਤੀ ਤੂੰ ਝੂਠੀ ਤਨ ਦੀ ਪ੍ਰੀਤੀ ਤੂੰ ਲਾਈ ਹੋਈ ਹੈ, ਇਹਨੂੰ ਛੱਡ ਦੇ ਤੂੰ। ਪਰਮ ਰੂਪ ਪਰਮਾਤਮਾ। ਕਿ ਇਹ ਜਿਹੜਾ ਤੇਰਾ ਪੁੱਤਰ ਹੈ, ਇਹ ਪੁਰਾਤਨ ਸਰੂਪ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਸਰੂਪ ਹੈ। ਚਿਦੰ ਚਰਾਚਰ ਮੂਰ। ਚੇਤਨ ਦਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਸਰਗੁਣ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਚਉਪਈ ਹਿਤ ਪ੍ਰਦ ਵਿਪਰਹਿ ਕੀ ਬਰਬਾਨੀ। ਅਤੇ ਫਿਰ ਇਹ ਹਿਤ ਦੇਣ ਵਾਲੀ ਜੋ ਬਾਣੀ ਸੁਣ ਕਰਕੇ ਬਾਬਾ ਮਹਿਤਾ ਕਾਲੂ ਜੀ ਨੇ ਮੁਖ ਬਲ ਅਸ ਕਵ ਕਾ ਜਵਮਾਨੀ। ਇਸ ਪ੍ਰਕਾਰ ਜਿਸ ਤਰ੍ਹਾਂ ਜੋ ਘੋੜੇ ਤੋਂ ਜਿੱਦਾਂ ਲਗਾਮ ਪਾਉਂਦੇ ਹਨ, ਘੋੜੇ ਉੱਤੇ ਬਹੁਤ ਔਖੀ ਪੈਂਦੀ ਹੈ, ਇਸ ਪ੍ਰਕਾਰ ਜਿਹੜੇ ਬਚਨ ਪੰਡਿਤ ਹਰਦਿਆਲ ਜੀ ਨੇ ਕੀਤੇ ਹਨ, ਬਹੁਤ ਔਖੇ ਬਾਬਾ ਮਹਿਤਾ ਕਾਲੂ ਜੀ ਨੇ ਜਿਸ ਤਰ੍ਹਾਂ ਲਗਾਮ ਪਾਉਣ ਨੂੰ ਬਹੁਤ ਔਖੀ ਹੈ, ਇਸ ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਨੇ ਬਹੁਤ ਔਖੇ ਸਮਝੇ ਹਨ ਇਹ ਬਚਨ। ਅਰਨਵ ਅਮੀ ਕੀਰਤੀ ਦਿਆਲਾ। ਅਤੇ ਜਿਹੜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਕੀਰਤੀ ਹੈ, ਦਿਆਲੂ ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ, ਇਹ ਸਮੁੰਦਰ ਵਰਗੀ ਅੰਮ੍ਰਿਤ ਵਰਗੀ ਸਮੁੰਦਰ ਦੀ ਮਹਿਮਾ ਹੈ, ਬਹੁਤ ਵੱਡੀ। ਦਿਜ ਕੀ ਉਕਤ ਸੁਮੁਕਤਨ ਮਾਲਾ। ਅਤੇ ਇਸੇ ਹੀ ਤਰ੍ਹਾਂ ਜਿਹੜਾ ਪੰਡਿਤ ਹਰਦਿਆਲ ਜੀ ਇਸ ਪ੍ਰਕਾਰ ਬਚਨ ਕਹਿ ਕਰਕੇ ਸਾਖ ਬਣਕ ਜਿਉ ਕੀਮਤ ਤਾਹੀ। ਇਹ ਬਹੁਤ ਹੀ ਔਖਾ ਬਾਬਾ ਮਹਿਤਾ ਕਾਲੂ ਜੀ ਨੇ ਸਮਝਣਾ ਕੀਤਾ। ਨਹ ਜਾਨੀ ਕਾਲੂ ਮਨ ਮਾਹੀ। ਇਹ ਬਾਬਾ ਮਹਿਤਾ ਕਾਲੂ ਜੀ ਨੇ ਪੂਰੀ ਸਮਝ ਨਹੀਂ ਆਈ ਜਿਹੜੇ ਸਾਰੇ ਬਚਨ ਪੰਡਿਤ ਹਰਦਿਆਲ ਜੀ ਨੇ ਕੀਤੇ। ਨਿਜ ਨਕੇਤ ਕੋ ਪੁਨ ਚਲ ਆਇਓ। ਅਤੇ ਫਿਰ ਇਸ ਪ੍ਰਕਾਰ ਜੋ ਟੇਡਾ ਜਿਹਾ ਮੂੰਹ ਬਣਾ ਕਰਕੇ ਫਿਰ ਬਾਬਾ ਮਹਿਤਾ ਕਾਲੂ ਜੀ ਘਰੇ ਜਾ ਕਰਕੇ ਮੁੜ ਗਏ। ਜਗਤ ਕਾਜ ਹਿਰਦਾ ਬਿਰਮਾਇਓ। ਅਤੇ ਜੋ ਫਿਰ ਜਗਤ ਦੇ ਕੰਮ ਕਾਰਜ ਸੀ, ਉਹਨਾਂ ਦੇ ਆਪਦੇ ਹਿਰਦੇ ਵਿੱਚ ਇਸ ਪ੍ਰਕਾਰ ਜਗਤ ਦੇ ਕਾਰਜ ਦੇ ਕੰਮ ਉਹ ਫਿਰ ਹਿਰਦਾ ਪਰਚ ਉਹਨਾਂ ਵਿੱਚ ਲਿਆ। ਬਹਰੋ ਅਸਤ ਅਹਰ ਪਤ ਭਇਓ। ਅਤੇ ਫਿਰ ਇਸ ਪ੍ਰਕਾਰ ਬਹਰੋ ਅਸਤ ਅਹਰ ਪਤ ਭਇਓ। ਫਿਰ ਸੰਧਿਆ ਸਮੇਂ ਦਾ ਹੋ ਗਿਆ ਸੀ, ਬਾਬਾ ਮਹਿਤਾ ਕਾਲੂ ਜੀ ਵੀ ਘਰੇ ਜਾ ਕਰਕੇ ਫਿਰ ਸੰਧਿਆ ਸਮਾਂ ਹੋਇਆ ਅਤੇ ਫਿਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੀ ਮੁੜ ਆਏ ਸੀ ਘਰੇ। ਭਈ ਵਿਭਾਰ ਗੁਰ ਗ੍ਰਹਿ ਆਇਓ। ਅਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਿਰ ਘਰ ਆ ਕਰਕੇ ਫੇਰਤ ਮਾਤ ਰੂਪ ਬਲ ਜਾਵਹਿ। ਮਾਤਾ ਤ੍ਰਿਪਤਾ ਜੀ ਵੀ ਫਿਰ ਬਲ ਹਾਰ ਜਾਂਦੇ ਹਨ ਸਤਿਗੁਰਾਂ ਦੇ ਦਰਸ਼ਨ ਕਰਕੇ। ਪਾਨ ਆਪਣੇ ਭੋਜ ਖਵਾਵਹਿ। ਅਤੇ ਫਿਰ ਮਾਤਾ ਤ੍ਰਿਪਤਾ ਜੀ ਨੇ ਜਿਸ ਤਰ੍ਹਾਂ ਜੋ ਭੋਜਨ ਤਿਆਰ ਕੀਤਾ ਸੀ ਸਤਿਗੁਰਾਂ ਵਾਸਤੇ, ਉਹ ਫਿਰ ਖਵਾਉਣਾ ਕੀਤਾ ਸਤਿਗੁਰਾਂ ਨੂੰ।
ਦੋਹਰਾ ਪੈ ਪਿਆਏ ਪੁਨ ਮਾਤ ਲੇ ਅਤੇ ਫਿਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਲੈ ਕਰਕੇ ਫਿਰ ਦੁੱਧ ਪਿਆਉਣਾ ਕੀਤਾ ਮਾਤਾ ਤ੍ਰਿਪਤਾ ਜੀ ਨੇ। ਸੂਤੀ ਸੁੱਠ ਪ੍ਰਿਅੰਕ ਅਤੇ ਇਸ ਪ੍ਰਕਾਰ ਫਿਰ ਜਿਹੜਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਮਾਤਾ ਤ੍ਰਿਪਤਾ ਜੀ ਫਿਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਜੋ ਸੋਹਣੇ ਸੁੰਦਰ ਪਲੰਗ ਤੋਂ ਲੈ ਕਰਕੇ ਉੱਥੇ ਫਿਰ ਜਾ ਕਰਕੇ ਵਿਰਾਜ ਗਏ ਦੋਵੇਂ। ਪਲਕ ਜੁਟੀ ਸੁੰਦਰ ਬਦਨ ਅਤੇ ਫਿਰ ਸਤਿਗੁਰਾਂ ਦੇ ਜੋ ਦੋਵੇਂ ਨੇਤਰਾਂ ਦੇ ਪਲਕਾਂ ਸੀ ਉਹ ਫਿਰ ਜੁੜ ਗਏ। ਸਦਨ ਹਿਲਾਵ ਮਯੰਕ ਅਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਜੋ ਚੰਦਰਮਾ ਰੂਪੀ ਮੁਖ ਸੀ ਉਹ ਫਿਰ ਸਤਿਗੁਰ ਜੀ ਨੇਤਰਾਂ ਜੋੜ ਕਰਕੇ ਫਿਰ ਨੀਂਦ ਆ ਗਈ ਸੀ ਸਤਿਗੁਰਾਂ ਨੂੰ। ਚੌਪਈ ਸਵਾ ਜਾਮ ਜਬ ਰਹੀ ਤ੍ਰਿਜਾਮਾ ਅਤੇ ਫਿਰ ਜਦੋਂ ਸਵਾ ਪੈਰ ਰਹਿੰਦਾ ਸੀ ਰਾਤ ਦਾ ਉਸ ਵੇਲੇ ਹਾਂਜੀ ਜਨਨੀ ਸੁਪਨਾ ਪਿਕ ਅਬਿਰਾਮਾ ਉਸ ਵੇਲੇ ਫਿਰ ਮਾਤਾ ਤ੍ਰਿਪਤਾ ਜੀ ਨੂੰ ਸੁਪਨਾ ਆਇਆ ਹੈ। ਸੁੰਦਰ ਦੁੱਤ ਬਰਦਾਦਕ ਬ੍ਰਿੰਦਾ ਬਹੁਤ ਹੀ ਸੁੰਦਰ ਜੋ ਜਿਹੜੇ ਦੇਵਤੇ ਸੀ ਉਹ ਫਿਰ ਆ ਕਰਕੇ ਹਾਂਜੀ ਮਿਲ ਕਰ ਆਏ ਕਰਤ ਅਨੰਦਾ ਉਹ ਫਿਰ ਇਹ ਸੁਪਨੇ ਵਿੱਚ ਆਏ ਸੀ ਕਿ ਉਹ ਜਿਹੜੇ ਦੇਵਤੇ ਸੀ ਫਿਰ ਉਹ ਆ ਕਰਕੇ ਸਤਿਗੁਰਾਂ ਦੇ ਆਲੇ ਦੁਆਲੇ ਬੜੇ ਆਨੰਦ ਵਿੱਚ ਸੀ ਉਹ। ਮੰਜਲ ਕੁਸਾ ਮੰਜਲ ਮਲਿਆਗਰ ਸੋ ਚੰਦਨ ਲੈ ਕਰਕੇ ਜੋ ਫੁੱਲਾਂ ਦੇ ਬੁੱਕ ਲੈ ਕਰਕੇ ਕਰ ਕਪੂਰ ਬਰ ਗੰਧ ਉਜਾਗਰ ਇਸ ਪ੍ਰਕਾਰ ਦੇ ਸੁਗੰਧੀ ਲੈ ਕਰਕੇ ਉਹ ਫਿਰ ਸਤਿਗੁਰਾਂ ਤੇ ਛਿੜਕ ਰਹੇ ਸੀ। ਦੇਖਾ ਇੱਕ ਸਿੰਘਾਸਨ ਸੁੰਦਰ ਤੇ ਫਿਰ ਉਧਰ ਸੁਪਨੇ ਵਿੱਚ ਇੱਕ ਸਿੰਘਾਸਨ ਵੀ ਮਾਤਾ ਤ੍ਰਿਪਤਾ ਜੀ ਨੂੰ ਦਰਸ਼ਨ ਹੋਇਆ। ਸੁੱਚੇ ਮਾਨਕ ਗਾਚਰ ਚਿੰਦਰ ਅਤੇ ਉਸ ਫਿਰ ਉਹ ਸਿੰਘਾਸਨ ਵਿੱਚ ਉਹਨਾਂ ਨੇ ਮਾਤਾ ਤ੍ਰਿਪਤਾ ਜੀ ਨੇ ਜੋ ਬਹੁਤ ਸੋਹਣੇ ਜੋ ਸੱਚੇ ਮਾਨਕ ਦੇ ਦਰਸ਼ਨ ਕੀਤੇ ਸੀ। ਤਾਂ ਪਰ ਹੀਰਾ ਨਿਜ ਸੁਤ ਬੈਸਾ ਤੇ ਉਹ ਸਿੰਘਾਸਨ ਵਿੱਚ ਮਾਤਾ ਤ੍ਰਿਪਤਾ ਜੀ ਨੂੰ ਦਰਸ਼ਨ ਹੋਏ ਸੁਪਨੇ ਵਿੱਚ ਉਹ ਸਿੰਘਾਸਨ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਿਰਾਜੇ ਹੋਏ ਸੀ। ਸੋਭਾ ਕੋਟ ਕਾਮ ਨਹਿਤ ਅਤੇ ਉਸ ਵੇਲੇ ਜਿਹੜੇ ਦੇਵੀ ਦੇਵਤੇ ਸੀ ਉਹ ਆ ਕਰਕੇ ਸਤਿਗੁਰਾਂ ਦੀ ਬੜੀ ਸ਼ੋਭਾ ਕਰ ਰਹੇ ਸੀ ਪੂਜ ਰਹੇ ਸੀ। ਨਿਰਜੁਰ ਜਜ ਹੈ ਅੰਜਲੀ ਜੋਰੀ ਅਤੇ ਇਸ ਪ੍ਰਕਾਰ ਦੋਵੇਂ ਹੱਥ ਜੋੜ ਕਰਕੇ ਜਿਹੜੇ ਦੇਵਤੇ ਸੀ ਉਹ ਆਲੇ ਦੁਆਲੇ ਸਤਿਗੁਰਾਂ ਦੇ ਪੂਜ ਰਹੇ ਸੀ ਨਮਸਕਾਰਾਂ ਕਰ ਰਹੇ ਸੀ ਸੁਪਨੇ ਵਿੱਚ। ਭਨਤ ਬਿਨੈ ਮਨ ਪ੍ਰੀਤ ਨ ਥੋਰੀ ਬੜਾ ਪ੍ਰੇਮ ਪਿਆਰ ਨਾਲ ਮਨ ਦੀ ਪ੍ਰੀਤੀ ਲੈ ਕਰਕੇ ਦੋਵੇਂ ਹੱਥ ਜੋੜ ਕਰਕੇ ਸਤਿਗੁਰਾਂ ਨੂੰ ਪੂਜ ਰਹੇ ਸੀ। ਦੋਹਰਾ ਉਸਤਤ ਉਕਤ ਹੈ ਅਨਕ ਬਿਦ ਅਨੇਕ ਤਰ੍ਹਾਂ ਦੀ ਜੋ ਵਿਧੀਆਂ ਸੀ ਉਸ ਪ੍ਰਕਾਰ ਦੇਵਤੇ ਉਸਤਤੀ ਕਰ ਰਹੇ ਸੀ ਸਤਿਗੁਰਾਂ ਦੀ। ਜੈ ਜੈ ਬਚਨ ਉਚਾਰ ਇਸ ਪ੍ਰਕਾਰ ਮੁਖ ਤੋਂ ਜੈ ਜੈਕਾਰਾਂ ਕਰ ਰਹੇ ਸੀ। ਜੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਪ੍ਰਕਾਰ ਜੈ ਜੈਕਾਰਾਂ ਕਰ ਰਹੇ ਸੀ ਦੇਵੀ ਦੇਵਤੇ। ਪਾਵਨ ਪਰਮ ਪੁਰਾਤਨ ਇਸ ਪ੍ਰਕਾਰ ਬਚਨ ਕਰਦੇ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਜੋ ਪੁਰਾਤਨ ਸਰੂਪ ਅਕਾਲ ਪੁਰਖ ਵਾਹਿਗੁਰੂ ਸਰੂਪ ਹੋ ਆਪ ਜੀ। ਪੁਰਖ ਨ ਪਾਰਾਵਾਰ ਤੇ ਤੁਸੀਂ ਉਹ ਪੁਰਖ ਹੋ ਜਿਹਨੂੰ ਪਾਰਾਵਾਰ ਨਹੀਂ ਹੁੰਦਾ ਹੈ। ਚੌਪਈ ਧਰ ਅਲੰਬ ਕੇ ਦੇਵਨ ਹੇਤੂ ਤੇ ਇਸ ਪ੍ਰਕਾਰ ਫਿਰ ਜਿਹੜੇ ਦੇਵਤੇ ਸੀ ਉਹ ਆ ਕਰਕੇ ਸਤਿਗੁਰੂ ਨੂੰ ਅਨੇਕ ਪ੍ਰਕਾਰ ਦੇ ਜੋ ਵਾਹਿਗੁਰੂ ਉਹ ਪੂਜ ਰਹੇ ਸੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ। ਪ੍ਰਗਟੇ ਸ੍ਰੀ ਬੇਦੀ ਕੁਲ ਤੇ ਕੇਤੂ ਇਸ ਪ੍ਰਕਾਰ ਬਚਨ ਕਰ ਰਹੇ ਸੀ ਕਿ ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਬੇਦੀਆਂ ਦੇ ਘੁੱਲ ਵਿੱਚ ਆਪ ਜੀ ਪ੍ਰਗਟ ਹੋਏ ਹੋਂ। ਭਗਤ ਜਗਤ ਮਦ ਬਿਦਤ ਕਰਨ ਕੋ ਜੋ ਜਗਤ ਵਿੱਚ ਪ੍ਰੇਮਾ ਭਗਤੀ ਦਾ ਉਪਦੇਸ਼ ਪ੍ਰਕਾਸ਼ਮਾਨ ਕਰਨ ਵਾਸਤੇ ਆਪ ਜੀ ਆਏ ਹੋ। ਇਸ ਪ੍ਰਕਾਰ ਮਾਤਾ ਤ੍ਰਿਪਤਾ ਜੀ ਜੋ ਸੁਪਨੇ ਵਿੱਚ ਇਸ ਪ੍ਰਕਾਰ ਵੇਖ ਰਹੀ ਹੈ ਜਿਹੜੇ ਦੇਵਤੇ ਹਨ ਇਸ ਪ੍ਰਕਾਰ ਬਚਨ ਕਰਦੇ ਹਨ ਸਤਿਗੁਰਾਂ ਨੂੰ ਕਿ ਆਪ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਜਗਤ ਵਿੱਚ ਪ੍ਰੇਮਾ ਭਗਤ ਦਾ ਉਪਦੇਸ਼ ਕਰਨ ਪ੍ਰਕਾਸ਼ ਕਰਨ ਵਾਸਤੇ ਆਏ ਹੋ। ਕਲਮਲ ਦੁਸ਼ਟਨ ਦੰਭ ਧਰਨ ਕੋ ਅਤੇ ਜਿਹੜੇ ਕਲਯੁਗ ਦੀ ਮੈਲ ਹੈ ਦੁਸ਼ਟ ਜੋ ਪਖੰਡ ਪਾਪ ਪਖੰਡ ਹੈ ਉਹਨੂੰ ਨਾਸ਼ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੇ ਸਰਗਨ ਸਰੂਪ ਅਵਤਾਰ ਧਾਰਿਆ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਰੂਪ ਵਿੱਚ। ਚੌਪਈ ਕਲਮ ਹੈ ਪਾਵਨ ਪੰਥ ਨਰਨ ਕੋ ਅਤੇ ਤੁਸੀਂ ਆਪ ਜੀ ਇਸ ਸੰਸਾਰ ਵਿੱਚ ਆਏ ਹੋ ਜੋ ਸਹੀ ਮਾਰਗ ਤੇ ਸਹੀ ਰਸਤੇ ਤੇ ਲੋਕਾਂ ਨੂੰ ਤੋਰਨ ਵਾਸਤੇ। ਬ੍ਰਧ ਸਤ ਸੰਗਤ ਜਗਤ ਧਰਨ ਅਤੇ ਸੰਸਾਰ ਦੇ ਲੋਕਾਂ ਨੂੰ ਸਤ ਸੰਗਤ ਵਿੱਚ ਜੋੜਨ ਵਾਸਤੇ ਆਪ ਜੀ ਆਏ ਹੋ। ਨਾਮ ਜਪਾਵਨ ਧਿਆਨ ਚਰਨ ਕੋ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਕਮਲਾਂ ਤੇ ਧਿਆਨ ਕਰਨ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਉਣ ਵਾਸਤੇ। ਭਗਤਨ ਦੁਖ ਹਾ ਜਨਮ ਮਰਨ ਕੋ ਅਤੇ ਆਪ ਤੇ ਭਗਤਾਂ ਦੀ ਜੋ ਦੁੱਖ ਸਾਰੇ ਦੁੱਖ ਨਾਸ਼ ਕਰਨ ਵਾਸਤੇ।
ਤੇਨ ਆਸਰਾ ਏਕ ਸ਼ਰਨ ਕੋ ਅਤੇ ਉਸ ਏਕ ਅਕਾਲ ਪੁਰਖ ਵਾਹਿਗੁਰੂ ਦੇ ਸ਼ਰਨ ਦਾ ਆਸਰਾ ਦੇਣ ਵਾਸਤੇ ਸਤਿਗੁਰੂ ਜੀ ਕੋ ਮਤ ਕੋ ਚਾਰ ਕੋ ਕਰਮ ਹਰਨ ਕੋ ਜਿਹੜੀ ਖੋਟੀ ਮੱਤ ਹੈ, ਖੋਟੀ ਚਾਲ, ਖੋਟੇ ਕਰਮ ਜਿਹੜੇ ਹਨ ਉਹ ਨਾਸ਼ ਕਰਨ ਵਾਸਤੇ, ਪੀਰ ਮੀਰ ਸਿਧ ਦਰਪ ਸ਼ਰਨ ਕੋ ਜਿਹੜੇ ਵੱਡੇ ਵੱਡੇ ਆਪ ਨੂੰ ਪੀਰ ਕਹਾਉਂਦੇ ਹਨ, ਮੀਰ ਪਾਤਸ਼ਾਹ ਕਹਾਉਂਦੇ ਹਨ, ਉਹਨਾਂ ਦਾ ਹੰਕਾਰ ਨਾਸ਼ ਕਰਨ ਵਾਸਤੇ, ਵਾਹਿਗੁਰੂ ਦੇ ਜਾਪ ਰਰਨ ਕੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਉਣ ਵਾਸਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਨੇ ਪ੍ਰਕਾਸ਼ਮਾਨ ਹੋਏ ਹੋਣ ਸੰਸਾਰ ਉੱਤੇ। ਦੋਹਰਾ ਹਿਬਦ ਬਿਬਦ ਸੁਬਦਨ ਗੁਰ ਤੇ ਇਸ ਪ੍ਰਕਾਰ ਫਿਰ ਮਾਤਾ ਤ੍ਰਿਪਤਾ ਜੀ ਨੇ ਸੁਪਨੇ ਵਿੱਚ ਦੇਵਤੇ ਇਸ ਪ੍ਰਕਾਰ ਸਤਿਗੁਰਾਂ ਨੂੰ ਬਚਨ ਕਰਦੇ ਹਨ ਪਦ ਅਰ ਬਿੰਦ ਮਨਾਏ ਅਤੇ ਦੋਵੇਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ ਉੱਤੇ ਨਮਸਕਾਰਾ ਕਰਦੇ ਹਨ। ਗਏ ਆਪਣੇ ਲੋਕ ਕੋ ਤੇ ਫਿਰ ਉਸ ਤੋਂ ਬਾਅਦ ਜਿਹੜੇ ਦੇਵਤੇ ਸੀ ਉਹ ਆਪਦੇ ਲੋਕ ਵਿੱਚ ਚਲੇ ਗਏ ਸੀ। ਜਹ ਜਹ ਤੇ ਜੋ ਆਏ ਜਿੱਥੋਂ ਜਿੱਥੋਂ ਆ ਰਹੇ ਸੀ ਉਹ ਉੱਥੋਂ ਹੀ ਚਲੇ ਜਾਂਦੇ ਹਨ। ਚਉਪਈ ਅਚਰਜ ਭਈ ਹੇਰ ਕਰ ਮਾਤਾ ਅਤੇ ਫਿਰ ਜਦੋਂ ਮਾਤਾ ਤ੍ਰਿਪਤਾ ਜੀ ਉੱਠੀ ਬੜੀ ਅਚਰਜ ਹੋਈ ਹੈ ਸੁਪਨਾ ਦੇਖ ਕਰਕੇ। ਜਾਨੀ ਪਰੈ ਨ ਗਤ ਨਿਜ ਤਾਤਾ ਅਤੇ ਸਤਿਗੁਰੂ ਜੀ ਦਾ ਹਾਲਤ ਉਹ ਸਮਝ ਨਹੀਂ ਸਕਦੇ ਮਾਤਾ ਤ੍ਰਿਪਤਾ ਜੀ। ਭਇਓ ਹਿਰਦੇ ਮਹਿ ਸਬਰਮ ਜਾਗੀ ਅਤੇ ਫਿਰ ਉਸ ਵੇਲੇ ਉਹਨਾਂ ਦੇ ਹਿਰਦੇ ਵਿੱਚ ਬੜੀ ਇੱਕ ਸੰਸਾ ਪੈਦਾ ਹੁੰਦੀ ਹੈ ਸੁਤ ਅਦੈਵ ਸਭ ਦੇਖਣ ਲਾਗੀ ਕਿ ਇਸ ਨੇ ਇਹ ਪਤਾ ਨਹੀਂ ਲੱਗਦਾ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਫਿਰ ਅੰਗਾਂ ਵੱਲ ਦੇਖਦੇ ਹਨ ਤੇ ਫਿਰ ਉਸ ਪ੍ਰਕਾਰ ਵੇਖ ਕਰਕੇ ਉਹ ਸਤਿਗੁਰਾਂ ਦੇ ਅੰਗਾਂ ਉੱਤੇ ਦਿਸਦਾ ਹੈ ਕਿ ਜਿਹੜਾ ਚੰਦਨ ਹੈ ਉਹ ਛਿੜਕਿਆ ਹੋਇਆ ਹੈ। ਚੰਦਨ ਸੋ ਚਰਚਿਤ ਹੈ ਸਾਰੇ ਸਤਿਗੁਰਾਂ ਦੀ ਅੰਗਾਂ ਵੱਲ ਵੇਖ ਕਰਕੇ ਮਾਤਾ ਤ੍ਰਿਪਤਾ ਜੀ ਨੇ ਵੇਖ ਲਿਆ ਕਿ ਇਹ ਪ੍ਰਤੱਖ ਹੀ ਜੋ ਚੰਦਨ ਉਹ ਛਿੜਕਿਆ ਹੋਇਆ ਹੈ। ਬਹੁ ਸੁਗੰਧ ਸੋ ਜਜੇ ਤੇ ਨਿਹਾਰੇ ਬਹੁਤ ਤਰ੍ਹਾਂ ਦੀ ਜੋ ਪੂਜਾ ਹੋਈ ਹੈ ਸਤਿਗੁਰਾਂ ਉੱਤੇ ਸੰਭਰਮ ਮਨ ਨਹਿ ਥਿਰਤਾ ਹੋਈ ਅਤੇ ਫਿਰ ਇਸ ਪ੍ਰਕਾਰ ਬਹੁਤ ਸਾਰਾ ਸੰਸਾ ਮਾਤਾ ਤ੍ਰਿਪਤਾ ਜੀ ਦੇ ਮਨ ਵਿੱਚ ਪੈਦਾ ਹੁੰਦਾ ਹੈ। ਕਿਦੋ ਸਾਚ ਕੈ ਸੁਪਨਾ ਸੋਈ ਇਹ ਨਹੀਂ ਪਤਾ ਲੱਗਦਾ ਮਾਤਾ ਤ੍ਰਿਪਤਾ ਜੀ ਨੂੰ ਕਿ ਇਹ ਸੱਚ ਹੀ ਹੋ ਗਿਆ ਹੈ ਕਿ ਇਹ ਸੁਪਨੇ ਵਿੱਚ ਹੋਇਆ ਹੈ। ਪਤਾ ਨਹੀਂ ਲੱਗਦਾ ਮਾਤਾ ਤ੍ਰਿਪਤਾ ਜੀ ਨੂੰ। ਹਿਰਦੈ ਵਿਚਾਰਤ ਆਰਤ ਮਾਤਾ ਅਤੇ ਫਿਰ ਇਸ ਪ੍ਰਕਾਰ ਵਿਚਾਰਦੇ ਮਾਤਾ ਤ੍ਰਿਪਤਾ ਜੀ ਹੋਰ ਘਬਰਾ ਜਾਂਦੇ ਹਨ ਨਿਰਣੈ ਹੋਏ ਨਾ ਏਕੈ ਬਾਤਾ ਅਤੇ ਫਿਰ ਇਸ ਪ੍ਰਕਾਰ ਨਿਰਣਾ ਕਰਦੇ ਹਨ। ਇਹ ਨਹੀਂ ਨਿਰਣਾ ਪਤਾ ਲੱਗਦਾ ਕਿ ਇਹ ਸੱਚਾ ਹੀ ਹੋਇਆ ਹੈ ਕਿ ਸੁਪਨੇ ਵਿੱਚ ਹੋਇਆ ਹੈ। ਪਤਾ ਨਹੀਂ ਲੱਗਦਾ ਮਾਤਾ ਤ੍ਰਿਪਤਾ ਜੀ ਨੂੰ। ਸੁਤ ਕੀ ਮਹਿਮਾ ਮਨ ਮਹਿਮਾਨੀ ਇਸ ਪ੍ਰਕਾਰ ਵਿਚਾਰ ਕਰਦੇ ਕਰਦੇ ਆਪਦੇ ਮਨ ਵਿੱਚ ਜੋ ਸਤਿਗੁਰਾਂ ਦੀ ਪਾਵਨ ਜੋ ਮਹਿਮਾ ਹੈ ਉਹ ਫਿਰ ਬਣਾ ਲਈ ਮਨ ਵਿੱਚ। ਇਹ ਅਵਤਾਰ ਸਤ ਚਿਤ ਜਾਨੀ ਆਪਦੇ ਮਨ ਵਿੱਚ ਇਸ ਤਰ੍ਹਾਂ ਸਮਝ ਲਿਆ ਕਿ ਇਹ ਜਿਹੜਾ ਸੁਪੁੱਤਰ ਹੈ ਸਾਡਾ ਇਹ ਸਤ ਚਿਤ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਹੀ ਹੈ। ਦੋਹਰਾ ਜਿਸ ਕੇ ਪਦ ਅਰਬਿੰਦ ਕੋ ਉਹ ਜਿਹੜੇ ਦੇਵਤੇ ਆਏ ਸੀ ਉਹ ਸਤਿਗੁਰਾਂ ਦੇ ਚਰਨਾਂ ਕਮਲਾਂ ਕੋ ਦਿਵ ਰੂਪ ਬਹੁ ਆਏ ਉਹ ਦੇਵਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਕਮਲਾਂ ਕੋਲ ਆ ਕਰਕੇ ਕਰੀ ਆਪ ਚਿਤ ਪ੍ਰੀਤ ਸੋ ਬੜੀ ਪ੍ਰੇਮ ਪ੍ਰੀਤੀ ਨਾਲ ਆ ਕਰਕੇ ਬਾਰ ਬਾਰ ਸਿਰਨਾਏ ਬਾਰ ਜੋ ਸਤਿਗੁਰਾਂ ਦੇ ਚਰਨਾਂ ਉੱਤੇ ਸੀਸ ਨਵਾਉਂਦੇ ਸੀ, ਨਮਸਕਾਰਾਂ ਕਰਦੇ ਸੀ। ਚਉਪਈ ਹਉ ਹੇਰੇ ਸੁਪਨੇ ਕੀ ਨਿਆਈ ਅਤੇ ਮਾਤਾ ਤ੍ਰਿਪਤਾ ਜੀ ਵਿਚਾਰ ਕਰਦੇ ਹਨ ਕਿ ਇਹ ਮੈਂ ਸੁਪਨੇ ਵਿੱਚ ਵੇਖੀ ਹੈ। ਅਬ ਲਓ ਚਰਚਿਓ ਬਿਦਤ ਦਿਸਾਈ ਤੇ ਇਸ ਪ੍ਰਕਾਰ ਵੀ ਆਪਦੇ ਮਨ ਵਿੱਚ ਵਿਚਾਰ ਕਰਦੇ ਹਨ ਕਿ ਮੈਂ ਪ੍ਰਤੱਖ ਵੀ ਦੇਖ ਰਿਹਾ ਹੈ। ਚਿਤ ਵਿਚਾਰ ਕਰਤਿਓ ਪ੍ਰਭਾਤੋ ਤੇ ਫਿਰ ਇਸ ਪ੍ਰਕਾਰ ਵਿਚਾਰ ਕਰਦੇ ਕਰਦੇ ਜੋ ਫਿਰ ਸੂਰਜ ਚੜ ਗਿਆ ਸੀ, ਸਵੇਰਾ ਹੋ ਗਿਆ ਸੀ। ਚੜਿਓ ਸਮਾਰ ਤੰਡ ਬਖਿਆਤੂ ਮਾਰਤੰਡ ਪਾਪ ਹੁੰਦਾ ਸੂਰਜ ਦਾ, ਫਿਰ ਸੂਰਜ ਵੀ ਪ੍ਰਕਾਸ਼ਮਾਨ ਹੋ ਗਿਆ ਸੀ। ਜਾਨੀ ਨਾਨਕ ਜੀ ਮਨ ਮਾਤਾ ਅਤੇ ਫਿਰ ਉਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਾਣ ਲਿਆ ਸੀ ਕਿ ਮਾਤਾ ਤ੍ਰਿਪਤਾ ਜੀ ਜਿਹੜੀ ਸੀ ਉਹਨਾਂ ਨੇ ਇਹ ਜਿਹੜੀ ਕੌਤਕ ਹੈ ਸਤਿਗੁਰਾਂ ਦੀ ਇਹ ਪੂਰੀ ਬੁੱਝ ਲਈ ਸੀ। ਸਤਿਗੁਰਾਂ ਨੇ ਵੇਖ ਲਿਆ ਸੀ। ਤਾਨ ਦਈ ਤਬ ਮੋਹਕ ਨਾ ਸੋ ਤਾ ਉਸ ਵੇਲੇ ਫਿਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਬਾਲਕ ਉਮਰ ਵਿੱਚ ਮਾਤਾ ਤ੍ਰਿਪਤਾ ਜੀ ਦੇ ਵਿੱਚ ਬਹੁਤ ਸਾਰਾ ਮੋਹ ਫਿਰ ਪੈਦਾ ਕਰ ਦਿੱਤਾ ਸੀ। ਜਾਗੇ ਪੁਨ ਕਰਕੇ ਮੁਖ ਰੁਖਾ ਅਤੇ ਫਿਰ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਾਗੇ ਉਹ ਬੜੇ ਖੁਸ਼ ਹੋ ਕਰਕੇ ਜਾਗਦੇ ਹਨ। ਕਹੈ ਮਾਤ ਦੇ ਭੋਜਨ ਭੁੱਖਾ ਅਤੇ ਫਿਰ ਮਾਤਾ ਤ੍ਰਿਪਤਾ ਜੀ ਨੂੰ ਕਹਿੰਦੇ ਹਨ ਕਿ ਇਹ ਮਾਤਾ ਹੁਣ ਬਹੁਤ ਭੁੱਖ ਲੱਗੀ ਆ ਰਹੀ ਹੈ ਮੈਨੂੰ ਭੋਜਨ ਦੀ। ਨਿਸ ਕੀ ਭੂਲੀ ਸਕਲ ਵਿਚਾਰ ਜਦੋਂ ਫਿਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਸ ਪ੍ਰਕਾਰ ਮਾਤਾ ਤ੍ਰਿਪਤਾ ਜੀ ਨੂੰ ਬਚਨ ਕੀਤੇ, ਮਾਤਾ ਤ੍ਰਿਪਤਾ ਜੀ ਸਾਰੀ ਜਿਹੜਾ ਸੁਪਨਾ ਸੀ
ਉਹ ਭੁੱਲ ਗਏ ਸੀ। ਲਖੀ ਹਿਰਦੇ ਸੁਤ ਮੈਂ ਭੁਖਿਆਰਾ। ਅਤੇ ਫਿਰ ਇਸ ਪ੍ਰਕਾਰ ਉਹ ਸਾਰਾ ਜਿਹੜਾ ਸੁਪਨਾ ਸੀ ਉਹ ਮਾਤਾ ਤ੍ਰਿਪਤਾ ਜੀ ਨੇ ਭੁੱਲ ਗਏ ਸੀ ਅਤੇ ਇਸ ਪ੍ਰਕਾਰ ਆਪਦੇ ਹਿਰਦੇ ਵਿੱਚ ਸੋਚ ਲਿਆ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੇਰਾ ਸੁਪੁੱਤਰ ਭੁੱਖਾ ਹੈ, ਮੈਂ ਭੋਜਨ ਲਿਆਵਾਂ। ਦਦ ਸੋ ਅਸਨ ਦੀਨ ਹਿਤ ਅਤੇ ਖਾਨੇ। ਫਿਰ ਉਸ ਵੇਲੇ ਮਾਤਾ ਤ੍ਰਿਪਤਾ ਜੀ ਨੇ ਦਹੀਂ ਚੌਲ ਤਿਆਰ ਕਰਕੇ ਸਤਿਗੁਰੂ ਨੂੰ ਲਿਆਂਦਾ ਹੈ। ਜਿਉ ਆਗੈ ਜਾਣੈ ਤਿਉ ਜਾਣੇ। ਅਤੇ ਜਿਸ ਤਰ੍ਹਾਂ ਪਹਿਲਾਂ ਜਾਣਦੇ ਸੀ ਮਾਤਾ ਤ੍ਰਿਪਤਾ ਜੀ, ਉਸੇ ਹੀ ਤਰ੍ਹਾਂ ਫਿਰ ਸਤਿਗੁਰਾਂ ਨੂੰ ਜਾਣਨ ਲੱਗੇ। ਦੋਹਰਾ ਅਸਨ ਸਦਨ ਤੇ ਅਚਵਕੈ। ਅਤੇ ਫਿਰ ਉਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਭੋਜਨ ਛਕ ਕਰਕੇ ਮਿਲੇ ਬਾਲ ਜਹ ਜਾਲ। ਬਾਹਰ ਜਾ ਕਰਕੇ ਫਿਰ ਆਪਦੇ ਬਾਲਕਾਂ ਨਾਲ ਦੋਸਤਾਂ ਨਾਲ ਫੇਰ ਖੇਡਣ ਲੱਗ ਪਏ। ਪਦ ਨੂਪਰ ਕਟ ਕਿੰਕਨੀ। ਅਤੇ ਫਿਰ ਜਿਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਉੱਤੇ ਜੋ ਚਾਂਜਰਾ ਸੀ, ਜੋ ਲੱਕ ਉੱਤੇ ਤੜਾਗੀ ਸੀ, ਹੋਵਤ ਸ਼ਬਦ ਵਿਸਾਲ। ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਖੇਡਦੇ ਹੁੰਦੇ ਸੀ, ਭੱਜਦੇ ਹੁੰਦੇ ਸੀ, ਉਹ ਬੜੀਆਂ ਆਵਾਜ਼ਾਂ ਮਾਰਦਾ ਸੀ। ਚਾਉ ਪਈ ਵਿਚ ਰਹਿ ਖੇਲਨ ਮਹਿ ਅਨੁਰਾਗੇ। ਫਿਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਦੇ ਬਾਲਕਾਂ ਨਾਲ ਦੋਸਤਾਂ ਨਾਲ ਵਿਚਰ ਕੇ ਖੇਡਣ ਲੱਗ ਪਏ। ਭਾਗੇ ਭਗ ਹੈ ਬਾਲ ਸੁਭਾਗੇ। ਤੇ ਜਿਹੜੇ ਸੁਭਾਗੇ ਜੋ ਬਾਲਕ ਸੀ, ਦੋਸਤ ਸੀ ਸਤਿਗੁਰਾਂ ਦੇ, ਜਿੱਥੇ ਜਿੱਥੇ ਸਤਿਗੁਰੂ ਜੀ ਜਾਂਦੇ ਸੀ ਭੱਜਦੇ ਸੀ, ਉੱਥੇ ਪਿੱਛੇ ਪਿੱਛੇ ਹੀ ਭੱਜਦੇ ਸੀ। ਥਿਰ ਹੋਵਤ ਥਿਤ ਹੋਵਹਿ ਸਾਰੇ। ਤੇ ਜਿੱਥੇ ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਖੜ ਜਾਂਦੇ ਸੀ, ਉੱਥੇ ਹੀ ਜੋ ਬਾਲਕ ਸੀ ਉਹ ਨਾਲ ਹੀ ਖੜ ਜਾਂਦੇ ਸੀ। ਬੈਸ ਹੈ ਬੈਸ ਜਾਏ ਇੱਕ ਬਾਰੇ। ਤੇ ਜਿੱਥੇ ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬੈਠ ਜਾਂਦੇ ਸੀ, ਉੱਥੇ ਹੀ ਬਾਲਕ ਬੈਠ ਜਾਂਦੇ ਸੀ ਨਾਲ ਹੀ। ਨਾਨਕ ਆਨਨ ਭਨਹਿ ਕਹਾਣੀ। ਫਿਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਾਲਕ ਉਮਰ ਵਿੱਚ ਬੜੀ ਪ੍ਰੇਮ ਪਿਆਰ ਨਾਲ ਬਾਲਕਾਂ ਨੂੰ ਬਿਠਾ ਕਰਕੇ ਬੜੀ ਸੁੰਦਰ ਕਥਾ ਫਿਰ ਕਰਦਿਆ ਕਰਦੇ ਸੀ। ਭਗਤ ਵਿਰਾਗ ਵਿਖੈ ਜੋ ਸਾਨੀ। ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿਰਾਗ ਰੂਪੀ ਜੋ ਕਥਾ ਹੈ ਉਹ ਮਿਲਾ ਕਰਕੇ ਸਤਿਗੁਰੂ ਜੀ ਬਾਲਕਾਂ ਨੂੰ ਸੁਣਾਇਆ ਕਰਦੇ ਸੀ। ਸਰਵਨ ਮਨਨ ਕਰਹਿ ਨਿਧ ਤੇ ਆਸਾ। ਫਿਰ ਜਿਹੜੇ ਉਹ ਬਾਲਕ ਸੀ ਉਹ ਸਰਵਣ ਕਰਕੇ ਜੋ ਮਨ ਕਰਕੇ ਫਿਰ ਆਪਦੇ ਹਿਰਦੇ ਵਿੱਚ ਉਹ ਵਸਾਉਂਦੇ ਸੀ। ਹੁਣ ਸੁਣਨੇ ਕੀ ਵਧਹਿ ਪਿਆਸਾ। ਅਤੇ ਸਤਿਗੁਰਾਂ ਦੀ ਬੜੀ ਸੁੰਦਰ ਕਥਾ ਸੁਣ ਕਰਕੇ ਉਹਨਾਂ ਦਾ ਬੜਾ ਪਿਆਸ ਉੱਠਦਾ ਸੀ ਹੋਰ ਕਥਾ ਸੁਣਨ ਨੂੰ। ਗਿਰਾ ਸੁਗੰਧ ਬਦਨ ਅਰਬਿੰਦਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਜੋ ਕਮਲ ਰੂਪੇ ਹਨ ਅਤੇ ਉਹ ਬੜੀ ਸੁਗੰਧੀ ਦੇ ਰਹੇ ਹਨ ਕਥਾ ਰੂਪੀ। ਜਗਤ ਯਕਤ ਸੁੰਦਰ ਮਰਕੰਦਾ। ਅਤੇ ਇਸ ਪ੍ਰਕਾਰ ਬਹੁਤ ਆਨੰਦਮਈ ਕਥਾ ਸੁਣਾ ਰਹੇ ਹਨ ਬਾਲਕਾਂ ਨੂੰ। ਬਾਲ ਬ੍ਰਿੰਦ ਸਮ ਭਏ ਮਲਿੰਦਾ। ਤੇ ਜਿਸ ਤਰ੍ਹਾਂ ਭੌਰਿਆਂ ਵਾਂਗ ਉਹ ਜਿਹੜੇ ਬਾਲਕ ਹਨ ਉਹ ਆਲੇ ਦੁਆਲੇ ਸਤਿਗੁਰਾਂ ਨਾਲ ਬਹਿ ਜਾਂਦੇ ਹਨ। ਸਰਵਨ ਪੈ ਕਰਹਿ ਆਗਤ ਅਨੰਦਾ। ਅਤੇ ਸਤਿਗੁਰਾਂ ਦੀ ਜੋ ਸੁੰਦਰ ਕਥਾ ਸਰਵਣ ਕਰ ਕਰਕੇ ਉਹ ਬੜਾ ਆਨੰਦ ਪ੍ਰਾਪਤ ਕਰਦੇ ਹਨ। ਦੋਹਰਾ ਆਵਤ ਜਾਵਤ ਮਨੁਜ ਕੋ। ਅਤੇ ਜਿਹੜੇ ਜਿਹੜੇ ਵੀ ਲੰਘਦੇ ਸੀ ਨਾਲ ਦੀ ਨਾਲ ਜਿਹੜੇ ਆਉਂਦੇ ਜਾਂਦੇ ਸੀ, ਸੁਨਤ ਠਾੜ ਹੋਏ ਜਾਏ। ਉਹ ਵੀ ਫਿਰ ਰੋਕ ਕੇ ਉਹ ਫਿਰ ਨਾਲ ਫਿਰ ਖੜ ਜਾਂਦੇ ਸੀ ਸੁਣਨ ਵਾਸਤੇ। ਪੰਡਤ ਸੇ ਮਧੁਰੇ ਲਗਹਿ। ਅਤੇ ਜਿਹੜੇ ਪੰਡਿਤ ਲੰਘਦੇ ਸੀ ਸੁਣਦੇ ਸੀ ਸਤਿਗੁਰਾਂ ਦੇ ਮਿੱਠੇ ਬੋਲ। ਕੀਰਤ ਬਦਨ ਅਲਾਏ। ਉਹਨਾਂ ਨੇ ਇਸ ਪ੍ਰਕਾਰ ਸਮਝ ਲਿਆ ਕਿ ਸਤਿਗੁਰਾਂ ਦੀ ਬੜੀ ਭਾਰੀ ਕੀਰਤੀ ਹੈ, ਮਹਿਮਾ ਹੈ। ਚਾਉ ਪਈ ਇਹ ਬਾਲਕ ਕੈਸੇ ਬਚ ਬੋਲਾ ਹੈ। ਇਸ ਪ੍ਰਕਾਰ ਵਿਚਾਰ ਕਰਦੇ ਹੁੰਦੇ ਸੀ ਕਿ ਜਿਹੜਾ ਇਹ ਬਾਲਕ ਹੈ ਬੜੇ ਅਨਮੋਲੇ ਅਨੋਖੇ ਬਚਨ ਕਰਦਾ ਹੈ। ਬਾਲ ਬੈਸ ਹੈ ਬੋਲ ਅਮੋਲ ਅਤੇ ਹੈ। ਜਿਹੜੇ ਸਾਰੇ ਬਾਲਕ ਬੈਠ ਕਰਕੇ ਬੜੇ ਅਮੋਲ ਭਰੇ ਬਚਨ ਸਤਿਗੁਰਾਂ ਤੋਂ ਪਾਸ ਸੁਣਦੇ ਹਨ। ਚੰਦ ਬਦਨ ਤੇ ਸੁਦਾ ਸਮਾਨੀ। ਸਤਿਗੁਰਾਂ ਦੇ ਚੰਦਰਮਾ ਰੂਪੀ ਮੁਖ ਤੋਂ ਜੋ ਅੰਮ੍ਰਿਤ ਵਰਗੀ ਕਥਾ ਸੁਣਦੇ ਹਨ। ਸਰੁਤ ਦਰ ਪਾਨਦ ਬੋਲਤ ਬਾਣੀ। ਅਤੇ ਜਿਹੜੇ ਸਰੋਤੇ ਬਣ ਕਰਕੇ ਸੁਣਦੇ ਹਨ ਉਹ ਫਿਰ ਕੰਨੀ ਫਿਰ ਜੋ ਉਹ ਅੰਮ੍ਰਿਤ ਹੈ ਉਹ ਪੀਂਦੇ ਹਨ ਕੰਨੀ। ਲੱਗੀ ਸਿਸਨ ਕੀ ਪ੍ਰੀਤ ਕਨੇਰੀ। ਅਤੇ ਇਸ ਪ੍ਰਕਾਰ ਫਿਰ ਜਿਹੜੇ ਬਾਲਕ ਸੀ ਉਹ ਬਹੁਤ ਸਾਰਾ ਉਹਨਾਂ ਵਿੱਚ ਪ੍ਰੇਮ ਵਧਿਆ ਸਤਿਗੁਰਾਂ ਦੇ ਪ੍ਰਤੀ। ਸੰਗ ਨ ਤਜਹਿ ਰਹਿ ਮੁਖ ਹੇਰੀ। ਉਹ ਫਿਰ ਸਤਿਗੁਰਾਂ ਦੇ ਸੰਗਤ ਵਿੱਚ ਹੀ ਰਹਿੰਦੇ ਸੀ, ਜਿੱਥੇ ਜਿੱਥੇ ਸਤਿਗੁਰ ਜਾਂਦੇ ਸੀ ਉੱਥੇ ਉੱਥੇ ਹੀ ਨਾਲ ਚੱਲ ਜਾਂਦੇ ਸੀ। ਸਦਨ ਆਏ ਜਬ ਦੀਨਾ ਨਾਥੂ। ਅਤੇ ਫਿਰ ਦੀਨਾ ਨਾਥ ਗਰੀਬਾਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਿਸ ਨਹਿ ਤਜਹਿ ਰਹਿ ਹਿਤ ਸਾਥੂ। ਜਿੱਥੇ ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਾਂਦੇ ਸੀ ਉਹ ਜਿਹੜੇ ਬਾਲਕ ਸੀ ਉਹ ਨਾਲ ਸਾਥ ਹੀ ਰਹਿੰਦੇ ਸੀ। ਬਾਹਰ ਚਲਤਿਓ ਸੰਗ ਸਿਦਾਰ ਹੈ। ਤੇ ਇਸੇ ਹੀ ਪ੍ਰਕਾਰ ਜਦੋਂ ਫਿਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਘਰੇ ਜਾ ਕਰਕੇ ਪਹੁੰਚੇ ਨਾਲ ਹੀ ਬਾਲਕ ਚਲੇ ਗਏ। ਇਸ ਬਿਦ ਨਿਤਾ ਪ੍ਰਤ ਸੁਖਦ ਬਿਹਾਰ ਹੈ। ਤੇ ਇਸੇ ਹੀ ਪ੍ਰਕਾਰ ਫਿਰ ਉਹ ਬਾਲਕ ਜਿੱਥੇ ਜਿੱਥੇ ਬਾਹਰ ਆਉਂਦੇ ਸੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹ ਫਿਰ ਬਾਹਰ ਵੀ ਆ ਜਾਂਦੇ ਸੀ। ਸਵਸ਼ ਬਸ਼ ਸ਼ੇ ਮੋਚਿਤ ਬਾਲਾ। ਅਤੇ ਫਿਰ ਜਿਹੜੇ ਬਾਲਕ ਸੀ
ਇਹ ਮੁਕਤੀ ਯੋਗ ਹੋ ਗਏ ਸੀ। ਸਤਿਗੁਰਾਂ ਨੇ ਮੁਕਤੀ ਯੋਗ ਬਣਾ ਦਿੱਤੇ ਸੀ ਬਾਲਕ। ਕਰੇ ਕਿਤੇ ਜੋ ਦੀਨ ਦਿਆਲਾ। ਅਤੇ ਇਸੇ ਤਰ੍ਹਾਂ ਦੀਨ ਦਿਆਲ ਦਿਆਲੂ ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਨੂੰ ਬਾਲਕਾਂ ਨੂੰ ਮੁਕਤੀ ਯੋਗ ਬਣਾ ਦਿੱਤਾ ਸੀ ਸਤਿਗੁਰਾਂ ਨੇ। ਦੋਹਰਾ ਲੀਲਾ ਬਾਲਕ ਖੇਲ ਕੀ। ਅਤੇ ਫਿਰ ਹੁਣ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹਨ ਕਿ ਇਹ ਸਤਿਗੁਰਾਂ ਦੀ ਲੀਲਾ ਜੋ ਬਾਲ ਲੀਲਾ ਕਥਾ ਹੈ। ਸਲੰਕਾਰ ਸਭ ਲਾਸ। ਅਲੰਕਾਰ ਸਾਹਿਤ ਉਹਨਾਂ ਨੇ ਇਹ ਜੋ ਲਿਖਿਆ ਹੈ। ਜੋ ਸਿੱਖ ਧਰ ਹੀ ਧਿਆਨ ਕੋ। ਤੇ ਜਿਹੜਾ ਕੋਈ ਸਿੱਖ ਸਤਿਗੁਰਾਂ ਦਾ ਜੋ ਬਾਲ ਲੀਲਾ ਦੀ ਕਥਾ ਬੜਾ ਧਿਆਨ ਧਰ ਕੇ ਪ੍ਰੇਮ ਸ਼ਰਧਾ ਨਾਲ ਸਰਵਣ ਕਰੂਗਾ ਤੇ ਸਤਿਗੁਰ ਸੁਖ ਰਾਸ। ਉਹ ਫਿਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹ ਸਾਰੇ ਸਿੱਖਾਂ ਨੂੰ ਜੋ ਸੁਖ ਰਸ ਦੇਣਗੇ, ਸੁਖੀ ਦੇਣਗੇ, ਦੁੱਖ ਸਾਰੇ ਨਾਸ਼ ਕਰਕੇ। ਸੋ ਇੱਥੇ ਸਾਧ ਸੰਗਤ ਜੀ ਪ੍ਰਸੰਗ ਦੀ ਸਮਾਪਤੀ ਹੈ। ਇੱਥੇ ਬੜੀ ਪ੍ਰੇਮ ਪਿਆਰ ਨਾਲ ਸਤਿਗੁਰਾਂ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਸਤਿਗੁਰੂ ਜੀ ਜੋ ਪਿਛਲੇ 2 ਹਫ਼ਤਿਆਂ ਵਿੱਚ ਸਰਵਣ ਕੀਤਾ ਹੈ। ਸਤਿਗੁਰੂ ਜੀ ਜੋ ਛੋਟੀ ਉਮਰ ਵਿੱਚ ਦਿਆਲੂ ਕਿਰਪਾਲੂ ਬਣ ਕਰਕੇ ਜੋ ਗਊ ਗਰੀਬਾਂ ਦੀ ਰੱਖਿਆ ਵਾਸਤੇ, ਲੋੜਵੰਦਾਂ ਦੇ ਵਾਸਤੇ ਜੋ ਜਿਹੜੇ ਪਾਂਡੇ ਵਸਤੂ ਸੀ ਉਹ ਘਰੋਂ ਲੈ ਕਰਕੇ ਉਹਨਾਂ ਨੂੰ ਦੇ ਦਿੰਦੇ ਸੀ। ਮਾਤਾ ਤ੍ਰਿਪਤਾ ਜੀ ਵੇਖ ਕਰਕੇ, ਬਾਬਾ ਮਹਿਤਾ ਕਾਲੂ ਜੀ ਵੀ ਵੇਖ ਕਰਕੇ, ਇਸ ਨਿਸ਼ਾਨੀਆਂ ਵੇਖ ਕਰਕੇ ਬੜੇ ਗੁੱਸੇ ਹੁੰਦੇ ਸੀ। ਬਾਬਾ ਮਹਿਤਾ ਕਾਲੂ ਜੀ ਫਿਰ ਪੰਡਿਤ ਹਰਦਿਆਲ ਜੀ ਦੇ ਘਰ ਜਾ ਕਰਕੇ ਥੋੜ੍ਹੇ ਜਿਹੇ ਫਿਰ ਪੁੱਛਦੇ ਹਨ ਪੰਡਿਤ ਹਰਦਿਆਲ ਜੀ ਨੂੰ ਕਿ ਤੁਸੀਂ ਇਸ ਪ੍ਰਕਾਰ ਵਿਚਾਰ ਕੀਤੀ ਹੈ ਜੋਤਿਸ਼ ਰਾਹੀਂ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਬਹੁਤ ਗੁਣ ਹੋਣਗੇ। ਅਤੇ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਹਨ ਪੰਡਿਤ ਹਰਦਿਆਲ ਜੀ ਨੂੰ ਕਿ ਇਹ ਤਾਂ ਪਾਂਡੇ ਲੈ ਕਰਕੇ ਬਾਹਰ ਹੀ ਗਵਾ ਜਾਂਦਾ ਹੈ। ਇਹਨੇ ਵੱਡਾ ਹੋ ਕੇ ਜਿਹੜਾ ਮੇਰਾ ਧਨ ਬਣਾਇਆ ਹੋਇਆ ਹੈ ਇਹ ਵੀ ਫਿਰ ਬਰਬਾਦ ਕਰੂਗਾ। ਇਸ ਪ੍ਰਕਾਰ ਪੰਡਿਤ ਹਰਦਿਆਲ ਜੀ ਨੂੰ ਬਚਨ ਕਰਦੇ ਹਨ। ਤੇ ਫਿਰ ਇਹ ਪੰਡਿਤ ਹਰਦਿਆਲ ਜੀ ਬਚਨ ਸੁਣ ਕਰਕੇ ਬਾਬਾ ਮਹਿਤਾ ਕਾਲੂ ਜੀ ਨੂੰ ਕਹਿੰਦੇ ਹਨ ਕਿ ਇਹ ਬਾਬਾ ਮਹਿਤਾ ਕਾਲੂ ਜੀ ਇੱਕ ਜਿਹੜੀ ਨਿਸ਼ਾਨੀ ਮੈਂ ਉਸ ਵੇਲੇ ਵਿਚਾਰ ਕੀਤੀ ਸੀ ਮੈਂ ਤੁਹਾਨੂੰ ਦੱਸੀ ਨਹੀਂ ਸੀ, ਕਿਉਂ ਕਰਕੇ ਉਹ ਫਿਰ ਤੁਸੀਂ ਬੜੇ ਖੁਸ਼ ਸੀ ਪ੍ਰਸੰਨ ਵਿੱਚ। ਉਹ ਫਿਰ ਹੁਣ ਦੱਸਦੇ ਹਨ ਪੰਡਿਤ ਹਰਦਿਆਲ ਜੀ ਕਹਿਣ ਲੱਗੇ ਕਿ ਜਿਹੜੇ ਬਾਲਕ ਦੇ ਸਾਰੇ ਸੰਬੰਧੀ ਹੋਣਗੇ ਉਹ ਸਤਿਗੁਰਾਂ ਦੀ ਮਹਿਮਾ ਨਹੀਂ ਜਾਣ ਸਕਣਗੇ। ਤੇ ਇਸੇ ਪ੍ਰਕਾਰ ਜੋ ਬਾਬਾ ਮਹਿਤਾ ਕਾਲੂ ਜੀ ਨਹੀਂ ਜਾਣ ਸਕੇ ਜਿਹੜੇ ਸੰਬੰਧੀ ਹਨ, ਪਰ ਜਿਹੜੇ ਦੂਸਰੇ ਸਾਰੇ ਲੋਕ ਹਨ ਉਹ ਬਹੁਤ ਸਾਰੇ ਜੋ ਮਰੀਦ ਬਣ ਕਰਕੇ ਸਤਿਗੁਰਾਂ ਤੋਂ ਲਾਭ ਉਠਾਉਣਗੇ। ਸੋ ਸਤਿਗੁਰ ਇਸ ਪ੍ਰਕਾਰ ਫਿਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਿਰ ਜਦੋਂ ਘਰੇ ਜਾ ਕਰਕੇ ਪਹੁੰਚਦੇ ਹਨ ਬਾਬਾ ਮਹਿਤਾ ਕਾਲੂ ਜੀ ਪ੍ਰਸ਼ਾਦਾ ਛਕ ਕਰਕੇ ਮਾਤਾ ਤ੍ਰਿਪਤਾ ਜੀ ਨੂੰ ਇੱਕ ਸੁਪਨਾ ਆਉਂਦਾ ਹੈ, ਇੱਕ ਕੌਤਕ ਵਰਤਦਾ ਹੈ। ਸਤਿਗੁਰੂ ਜੀ ਕੌਤਕ ਫਿਰ ਕਰਾਉਂਦੇ ਹਨ ਤੇ ਮਾਤਾ ਤ੍ਰਿਪਤਾ ਜੀ ਦੇ ਸੁਪਨੇ ਵਿੱਚ ਜੋ ਦੇਵੀ ਦੇਵਤੇ ਆ ਕਰਕੇ ਸਤਿਗੁਰਾਂ ਦੀ ਪੂਜਾ ਕਰਦੇ ਹਨ। ਮਾਤਾ ਤ੍ਰਿਪਤਾ ਜੀ ਫਿਰ ਜਦੋਂ ਜਾਗਦੇ ਹਨ ਪਤਾ ਨਹੀਂ ਲੱਗਦਾ ਕਿ ਇਹ ਪ੍ਰਤਾਖੀ ਹੀ ਹੋਇਆ ਕਿ ਸੁਪਨੇ ਵਿੱਚ ਹੋਇਆ ਹੈ। ਸੋ ਇਸ ਪ੍ਰਕਾਰ ਵੇਖ ਕਰਕੇ ਸਤਿਗੁਰਾਂ ਨੇ ਕੌਤਕ ਵਰਤਾਇਆ ਤੇ ਫਿਰ ਕੌਤਕ ਜਦੋਂ ਮਾਤਾ ਤ੍ਰਿਪਤਾ ਜੀ ਦੇ ਮਨ ਵਿੱਚ ਹੋ ਗਿਆ ਕਿ ਇਹ ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਹੋਊਗਾ, ਸਤਿਗੁਰਾਂ ਨੇ ਫਿਰ ਉਸ ਵੇਲੇ ਮਾਤਾ ਤ੍ਰਿਪਤਾ ਜੀ ਨੂੰ ਜੋ ਜਾਗ ਕਰਕੇ ਮਾਤਾ ਤ੍ਰਿਪਤਾ ਜੀ ਨੂੰ ਕਹਿ ਦਿੱਤਾ ਕਿ ਮਾਤਾ ਤ੍ਰਿਪਤਾ ਜੀ ਹੁਣ ਭੁੱਖ ਲੱਗੀ ਹੈ, ਭੋਜਨ ਲਿਆਓ। ਤੇ ਫਿਰ ਉਸ ਵੇਲੇ ਸਾਰਾ ਕੁਝ ਮਾਤਾ ਤ੍ਰਿਪਤਾ ਜੀ ਭੁੱਲ ਗਏ ਤੇ ਜਿਸ ਤਰ੍ਹਾਂ ਪਹਿਲਾਂ ਸਤਿਗੁਰਾਂ ਨੂੰ ਜਾਣਦੇ ਸੀ ਉਦਾਂ ਹੀ ਫਿਰ ਜਾਣਨ ਲੱਗ ਪਏ। ਤੇ ਫਿਰ ਹੁਣ ਕਥਾ ਦੀ ਸਮਾਪਤੀ ਵਿੱਚ ਅਸੀਂ ਸਰਵਣ ਕੀਤਾ ਹੈ ਜਿਹੜੇ ਜਿਹੜੇ ਸਤਿਗੁਰਾਂ ਦੇ ਬਾਲਕ ਦੋਸਤ ਸੀ ਉਹ ਪਿੱਛੇ ਪਿੱਛੇ ਲੱਗ ਕਰਕੇ ਸਤਿਗੁਰਾਂ ਦੇ ਜੋ ਬਹੁਤ ਸੁੰਦਰ ਕਥਾ ਸਤਿਗੁਰਾਂ ਤੋਂ ਸਰਵਣ ਕਰਦੇ ਸੀ, ਮਿੱਠੀ ਕਥਾ, ਤੇ ਉਹ ਸਰਵਣ ਕਰਕੇ ਉਹ ਫਿਰ ਮੁਕਤੀ ਦੇ ਯੋਗ ਹੋ ਗਈ ਸੀ। ਸਤਿਗੁਰਾਂ ਨੇ ਮੁਕਤੀ ਦੇ ਯੋਗ ਬਣਾਇਆ ਹੈ। ਸੋ ਇੱਥੇ ਹੁਣ ਕਥਾ ਅਸੀਂ ਸਰਵਣ ਕੀਤੀ ਹੈ, ਇੱਥੇ ਤੱਕ ਪ੍ਰਸੰਗ ਸਮਾਪਤ ਹੈ। ਥੋੜਾ ਜਿਹਾ ਸੰਖੇਪ ਰੂਪ ਵਿੱਚ ਇੰਗਲਿਸ਼ ਵਿੱਚ ਦੱਸ ਦਈਏ ਜੋ ਇੰਗਲਿਸ਼ ਸਰਵਣ ਕਰਨ ਵਾਸਤੇ। ਸੋ in this week's katha we have listened so Mehta Kalu ji, like we said in the previous weeks, Mata Tripta ji was very angry with Sri Guru Nanak Dev Sahib Ji Maharaj for taking the panda out and giving it to the Gau Garibs, but obviously they didn't know where they were taking it, they thought they'd lose it. So when they came back, even Baba Mehta Kalu ji hearing this was very angry, and they went to Pandit Hardayal ji who did the Vichar Mat of Jyotish, of astrology, and they said that you did astrology, you looked into astrology and you said that this son, our son will be of great, will have a lot of gun in them. And Baba Mehta Kalu says to Pandit Hardayal ji that all we've seen, he takes our Pandey Vastu out, he takes our pots out and he loses them outside, and he's very angry with Pandit Hardayal ji. And Pandit Hardayal ji says, there is one thing that I remember vicharing when I looked into astrology, and there was one thing I couldn't tell you then because you were very happy at that point because obviously you had a son in your house. And at that point Pandit Hardayal ji says that the thing that I didn't tell you was the people that will be close to Sri Guru Nanak Dev Sahib Ji, other than obviously a few like Bebe Nanak Ji, their older sister, the people that are close to Sri Guru Nanak Dev Sahib Ji won't be able to understand the greatness of Sri Guru Nanak Dev Sahib Ji. The rest of the world will listen to Sri Guru Nanak Dev Sahib Ji's Updesh and
take a lot of profit from that, but the people who are close, they won't understand Sri Guru Nanak Dev Sahib Ji Maharaj's greatness. So at this point, Baba Mehta Kalu Ji comes home, and Sri Guru Nanak Dev Sahib Ji Maharaj also comes home after going out playing with their friends. They come home, they have prasada with Mata Tripta Ji, and Mata Tripta Ji puts them to sleep. They also go to sleep, and at that point Mata Tripta Ji has a dream, and a Devi Devta come and they start doing Satguru Sri Guru Nanak Dev Sahib Ji Maharaj's puja. So seeing this, Mata Tripta Ji, when she wakes up, she looks at Sri Guru Nanak Dev Sahib Ji Maharaj's body, and she sees in real life as well that there has been puja done to Sri Guru Nanak Dev Sahib Ji. So she can't understand, is it just a dream that she's seen or is it in real life? So seeing this Kautak, she understands in her mind that this son that I have got, this is a Kalpurkh Vaheguru Saroop, and it is avatar of a Kalpurkh Vaheguru. She understands the greatness of Sri Guru Nanak Dev Sahib Ji Maharaj, but upon the obviously hukum of Sri Guru Nanak Dev Sahib Ji Maharaj, when Mata Tripta Ji understands this, Sri Guru Nanak Dev Sahib Ji Maharaj wakes up and sees that they have understood this, and they say to Sri Mata Tripta Ji that I'm hungry. When they wake up, they said, Bade Khush Hoke, they said, Mata Tripta Ji, I'm hungry, I need some food. And upon that point, when Sri Guru Nanak Dev Sahib Ji Maharaj said that, Mata Tripta Ji forgot about everything and started remembering Sri Guru Nanak Dev Sahib Ji Maharaj as they used to. So after having food, Sri Guru Nanak Dev Sahib Ji Maharaj went out with their friends, and Bhai Balaji Sanaz in the Katha, when they go out with their friends, they play with their friends, and wherever they go, the friends will follow them. Wherever they stand, the friends will stand. Wherever they sit, the friends will sit, and they will listen to Satguru Sri Guru Nanak Dev Sahib Ji Maharaj. In such a young age, Sri Guru Nanak Dev Sahib Ji Maharaj Ji would do katha of Vaheguru Kalpurkh Vaheguru Ji's prema, bhakti, love, devotional worship. They would do katha of Vairag Rupi katha to their friends, and they would love listening to it, and whoever would pass would also stop and listen, and everybody would understand Sri Guru Nanak Dev Sahib Ji's greatness, and then friends would listen to this and become mukti jog. So listening to Sri Guru Nanak Dev Sahib Ji Maharaj's katha, they can become free from the 8.4 million births and deaths life cycle. And towards the end of the katha, Kavi Bhai Santokh Singh Sahib Ji writes, whoever listens to Sri Guru Nanak Dev Sahib Ji Maharaj's youth katha, whoever listens to it with prem and dhyan, they, Sri Guru Nanak Dev Sahib Ji Maharaj themselves will clear their dukh and give them sukhi in their lives. So as we have been doing the previous weeks, Maharaj Kirpa karne se hi tarah, jo Sadguru Sri Guru Nanak Dev Sahib Ji Maharaj di sundar katha hai, aap Sadguru Kirpa karke prem pyar naal aap katha sarvan kara lein saton. So Sadguru Kirpa karan ithe jo katha di samapti hai, कथा करते होंदे हैं, कथा करते सुनते हैं, कोई अनेक प्रकार दी गलतियां हो गया होणगियां हन। सतगुरु जी आप सारी संगत आप दा अनजान बच्चे समझ करके माफ़ कर देना, सतगुरु कृपा करना। इसी तरह निर्विघ्नता सहित जो कथा दी लड़ी आप कृपा करके करवा लैन। सो अखीरलियां दो पंक्तियां पढ़ करके कथा दी समाप्त करिए जी। लेखा कथा न छूटी है, खिन खिन भूलन हार, बसन हार बख्शला, नानक पार उतार। लीला बालक खेल की, सह अलंकार बिलास, जो सिख धर ही ध्यान को, दे सतगुर सुख रास। वाहिगुरू जी का खालसा, वाहिगुरू